ਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋੜੀ ਭਗਤ ਕਬੀਰ ਜੀ। ਖਟ ਨੇਮ ਕਰ ਕੋਠੜੀ ਬਾਂਦੀ ਵਸਤ ਅਨੂਪ ਵਿੱਚ ਪਾਈ। ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ। ਅਬ ਮਨ ਜਾਗਤ ਰੋਰੇ ਪਾਈ। ਗਾਫਲ ਹੋਇ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਈ। ਰਹਾਉ ਅਬ ਮਨ ਜਾਗਤ ਰੋਰੇ ਪਾਈ। ਗਾਫਲ ਹੋਇ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਈ। ਰਹਾਉ ਪੰਚ ਪੈਰੂਆ ਧਰਮ ਰਹਤੇ ਤਿਨਕਾ ਨਹੀਂ ਪਤਿਆਰਾ। ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰਾ। ਨੌ ਕਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨ ਪਾਈ। ਕਹਿਤ ਕਬੀਰ ਨਵੈ ਕਰ ਮੂਸੇ ਦਸਵੇਂ ਤਤ ਸਮਾਈ। ਨੌ ਕਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨ ਪਾਈ। ਕਹਿਤ ਕਬੀਰ ਨਵੈ ਕਰ ਮੂਸੇ ਦਸਵੇਂ ਤਤ ਸਮਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਕਲਾਸ ਵਿੱਚ ਹਾਜ਼ਰ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਾਰੇ ਹੀ ਵਡਭਾਗੀ ਜੀਵ ਹੋ ਜੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਮਿਹਰਮਤ ਦੁਆਰਾ ਗੁਰਮਤਿ ਕਲਾਸ ਵਿੱਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੁ ਸਮਾਂ ਜੋ ਹੈ ਉਹ ਲਾਹੇ ਵਿੱਚ ਲਾ ਰਹੇ ਹੋ। ਜੋ ਰੋਜ਼ਾਨਾ ਗੁਰਮਤਿ ਕਲਾਸ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੱਕ ਉਪਰਾਲਾ ਹੈ ਸਾਡੇ ਸੀਨੀਅਰ ਵੀਰਾਂ ਦਾ, ਚੇਅਰਮੈਨ ਸਾਹਿਬ ਦਾ, ਕਿ ਅਸੀਂ ਘਰ ਬੈਠੇ ਹੀ ਗੁਰਮਤਿ ਦੀ ਸੋਝੀ ਇਸ ਕਲਾਸ ਰਾਹੀਂ ਪ੍ਰਾਪਤ ਕਰੀਏ। ਅੱਜ ਦੇ ਇਸ ਕਲਾਸ ਦੇ ਅੰਦਰ ਜਿਸ ਸ਼ਬਦ ਦੀ ਵਿਚਾਰ ਦੀ ਦਾਸ ਦੀ ਸੇਵਾ ਲੱਗੀ ਹੈ, ਇਹ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 339 ਦੇ ਉੱਤੇ ਗੋੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਹੈ। ਜਿਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਨੇ ਗਿਆਨ ਦੇਣ ਦਾ ਯਤਨ ਕੀਤਾ। ਅਬ ਮਨ ਜਾਗਤ ਰੋਰੇ ਪਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਕਰ ਜਾਈ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਗਿਆਨ ਬਖਸ਼ਿਸ਼ ਕਰ ਰਹੇ ਹਨ ਕਿ ਹੇ ਮੇਰੇ ਮਨ, ਤੂੰ ਹੁਣ ਜਾਗਦਾ ਰੋ। ਗਾਫਲ ਹੋਏ ਕੇ ਜਿਹੜਾ ਜਨਮ ਹੈ ਇਹ ਤੇਰਾ ਵਿਅਰਥ ਜਾ ਰਿਹਾ ਹੈ, ਤੇ ਜਿਹੜਾ ਚੋਰ ਹੈ
ਬੇਪਰਵਾਹ ਹੋ ਕੇ ਜੇ ਕਦੇ ਤੂੰ ਜੀਵਨ ਦੇ ਵਿੱਚ ਵਿਚਰ ਰਿਹਾ ਹੈ, ਜੀਵਨ ਬਰਬਾਦ ਹੋ ਰਿਹਾ ਹੈ, ਤੇ ਫਿਰ ਜਿਹੜੇ ਚੋਰ ਨੇ, ਵਿਕਾਰ ਨੇ, ਉਹ ਘਰ ਨੂੰ ਜਾ ਕੇ ਲੁੱਟ ਰਹੇ ਨੇ, ਘਰ ਲੁੱਟਿਆ ਜਾ ਰਿਹਾ। ਸਤਿਗੁਰੂ ਪਾਤਸ਼ਾਹ ਦੀ ਸਮੁੱਚੀ ਬਾਣੀ ਦੇ ਅੰਦਰ ਮਨੁੱਖ ਨੂੰ ਜੀਵਨ ਮਨੋਰਥ ਜੋ ਹੈ ਉਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਮਨੁੱਖ, ਇਹ ਜਿਹੜਾ ਤੇਰਾ ਮਨੁੱਖੀ ਜੀਵਨ ਹੈ ਇਹ ਬਹੁਤ ਕੀਮਤੀ ਹੈ, ਅਤੇ ਇਹ ਜਿਹੜਾ ਸਰੀਰ ਹੈ ਇਸ ਦੀ ਰਚਨਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਕਰਕੇ ਇਹਦੇ ਵਿੱਚ ਜੋ ਆਪਣੀ ਅੰਸ਼ ਜੋ ਆਤਮਾ ਰੱਖੀ ਹੈ, ਆਤਮਾ ਤੇ ਸਰੀਰ ਦਾ ਸੁਮੇਲ ਜੋ ਹੈ ਇਹ ਜੀਵਨ ਹੈ। ਮਨੁੱਖ ਦੀ ਸਾਰੀ ਜ਼ਿੰਦਗੀ ਦੀ ਦੌੜ ਜੇਕਰ ਕੇਵਲ ਸਰੀਰ ਦੇ ਵਾਸਤੇ ਹੈ ਤਾਂ ਫਿਰ ਮਨੁੱਖ ਦੇ ਜੀਵਨ ਦਾ ਮਨੋਰਥ ਜੋ ਹੈ ਉਸ ਨੂੰ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ। ਇਹਦੇ ਅੰਦਰ ਇੱਕ ਕੀਮਤੀ ਵਸਤੂ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਜੋ ਆਤਮਾ ਹੈ ਉਹ ਵੀ ਵਸ ਰਹੀ ਹੈ, ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕੇਵਲ ਤੇ ਕੇਵਲ ਸਰੀਰ ਦੇ ਮਗਰ ਲੱਗਣ ਤੋਂ ਬਚਣ ਦੇ ਲਈ ਪ੍ਰੇਰਿਆ ਕਿ ਭਾਈ ਇਹਦੇ ਅੰਦਰ ਜੋ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਹੈ, ਜੋ ਆਤਮਾ ਹੈ, ਉਸ ਨੂੰ ਪਹਿਚਾਨਣ ਦਾ ਯਤਨ ਕਰ। ਉਸ ਦੇ ਨਾਲ ਜੋ ਤੇਰੀ ਨੇੜਤਾ ਹੈ ਉਹ ਬਣੀ ਰਵੇ, ਕੇਵਲ ਸਰੀਰ ਦੇ ਨਾਲ ਨਹੀਂ। ਸਰੀਰ ਜੋ ਹੈ ਇਹ ਸਦੀਵੀ ਨਹੀਂ, ਇਹ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਜੋ ਸਰੀਰ ਦੀ ਬਣਤਰ ਹੈ ਇਹ ਸਦੀਵੀ ਨਹੀਂ, ਇਹ ਇੱਕ ਦਿਨ ਇਹ ਭਾਂਡਾ ਟੁੱਟ ਜਾਵੇਗਾ, ਇਹ ਜੋ ਮਿੱਟੀ ਹੈ ਮੁੜ ਕੇ ਮਿੱਟੀ 'ਚ ਮਿਲ ਜਾਵੇਗੀ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਾਈ ਕਿਤੇ ਤੂੰ ਗਫਲਤ ਦੀ ਨੀਂਦਰ ਦੇ ਵਿੱਚ ਬੇਪਰਵਾਹ ਹੋ ਕੇ ਸੋਇਆ ਹੀ ਇਸ ਜਨਮ ਨੂੰ ਗਵਾ ਨਾ ਲਵੀਂ, ਕਿਉਂਕਿ ਜੇ ਕਦੇ ਤੂੰ ਬੇਪਰਵਾਹ ਹੈ, ਸੁੱਤਾ ਹੋਇਆ ਹੈ, ਤੇ ਵਿਕਾਰ ਰੂਪੀ ਜੋ ਚੋਰ ਨੇ ਉਹ ਇਸ ਘਰ ਨੂੰ ਲੁੱਟ ਲੈਣਗੇ, ਠੱਗਿਆ ਜਾਵੇਗਾ, ਜੀਵਨ ਮਨੋਰਥ ਦੀ ਜੋ ਪ੍ਰਾਪਤੀ ਹੈ ਉਹ ਨਹੀਂ ਕਰ ਸਕਦਾ। ਤੇ ਸਤਿਗੁਰੂ ਪਾਤਸ਼ਾਹ ਨੇ ਸਮੁੱਚੀ ਬਾਣੀ ਦੇ ਅੰਦਰ ਮਨੁੱਖ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਜਿੱਥੇ ਤੇਰੇ ਜੀਵਨ ਦਾ ਮਨੋਰਥ ਪ੍ਰਮਾਤਮਾ ਨਾਲ ਮਿਲਣਾ ਹੈ, ਇਹ ਆਤਮਾ ਜੋ ਹੈ ਉਹ ਆਪਣੇ ਨਿਜ ਘਰ ਵਿੱਚ ਇਸ ਨੂੰ ਵਾਪਸ ਪਹੁੰਚਣਾ ਹੈ। ਤੇ ਨਾਲ ਇਹ ਗੱਲ ਵੀ ਚੇਤੇ ਰੱਖੀ ਕਿ ਸਰੀਰ ਜੋ ਹੈ ਇਹ ਸਦੀਵੀ ਨਹੀਂ, ਇਹ ਜੋ ਹੈ ਇੱਕ ਦਿਨ ਇਸ ਦਾ ਵਿਨਾਸ਼ ਹੋਵੇਗਾ ਹੀ। ਜੇ ਕਦੇ ਕੇਵਲ ਸਰੀਰ ਦੇ ਨਾਲ ਜੁੜਿਆ ਜੀਵਨ ਨੂੰ ਬਤੀਤ ਕੀਤਾ ਤਾਂ ਫਿਰ ਜੇ ਕਦੇ ਸੁਚੇਤ ਨਹੀਂ, ਜੇ ਕਦੇ ਜਾਗਿਆ ਨਹੀਂ, ਜੇ ਕਦੇ ਆਪਣੇ ਨਿਜ ਘਰ ਵਾਲੇ ਪਾਸੇ ਧਿਆਨ ਨਹੀਂ, ਉਹਦੇ ਨਾਲ ਜੁੜਿਆ ਹੋਇਆ ਨਹੀਂ, ਤਾਂ ਸਤਿਗੁਰ ਕਹਿੰਦੇ ਨੇ ਫਿਰ ਇੱਕ ਗੱਲ ਚੇਤੇ ਰੱਖੀ, ਇਹ ਜੋ ਸਰੀਰ ਹੈ ਇਸ ਦੇ ਵਿੱਚ ਵਿਕਾਰ ਜੋ ਨੇ ਆ ਕੇ ਵੜ ਜਾਂਦੇ ਨੇ, ਠੱਗਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਭਈ ਇਹ ਜਿਹੜਾ ਸਰੀਰ ਹੈ, ਕਿਉਂਕਿ ਆਮ ਕਰਕੇ ਜੋ ਜੋਗੀ ਲੋਕੀ ਸਨ ਉਹਨਾਂ ਨੇ ਵੀ ਕੁਝ ਸਰੀਰਕ ਕਿਰਿਆਵਾਂ ਨੂੰ ਹੀ ਧਰਮ ਦੇ ਨਾਲ ਜੋੜ ਕੇ ਰੱਖ ਲਿਆ। ਉਹਨਾਂ ਦੇ ਅਨੁਸਾਰ ਕੋਈ 6 ਚੱਕਰ ਸਨ, ਜਿਨ੍ਹਾਂ ਚੱਕਰਾਂ ਦੇ ਨਾਲ ਉਹ ਆਪਣੇ ਅਭਿਆਸ ਕਰਕੇ ਸਵਾਸ ਜੋ ਸਨ ਉਹਨਾਂ ਨੂੰ ਦਸਮ ਦੁਆਰ ਵਿੱਚ ਪਹੁੰਚਾ ਦਿੰਦੇ ਸਨ ਤੇ ਸਮਝਦੇ ਸਨ ਕਿ ਅਸੀਂ ਪ੍ਰਮਾਤਮਾ ਨਾਲ ਮਿਲ ਗਏ। ਉਹ ਇੱਕ ਫਲਸਫਾ ਜੋ ਸੀ ਦੁਨੀਆ ਨੂੰ ਉਹਨਾਂ ਨੇ ਦਿੱਤਾ ਕਿ ਭਈ 6 ਚੱਕਰ ਨੇ, ਉਹ ਚੱਕਰ 6 ਕਿਹੜੇ ਨੇ? ਉਹਨਾਂ ਦੇ ਅਨੁਸਾਰ ਮੂਲਾਧਾਰ, ਗੁਦਾ ਮੰਡਲ ਦਾ ਚੱਕਰ, ਸਰਾਧਿਸ਼ਠਾਰ, ਸਰਾਧਿਸ਼ਠਾਨ ਜਿਸ ਨੂੰ ਲਿੰਗ ਦੀ ਜੜ ਵਿੱਚ ਚੱਕਰ ਬਣਿਆ ਗਿਆ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਹੋਰ ਵੀ ਜੋ ਨੇ ਧੁਨੀ ਦੀ ਜੜ ਦੇ ਵਿੱਚ ਚੱਕਰ, ਫਿਰ ਉਸ ਤੋਂ ਬਾਅਦ ਇਹਨਾਂ ਨੇ ਅਨਾਹਤ ਚੱਕਰ, ਹਿਰਦੇ ਦੇ ਵਿੱਚ ਚੱਕਰ, ਫਿਰ ਵਿਸ਼ੁੱਧ ਚੱਕਰ ਗਲੇ ਦੇ ਵਿੱਚ ਚੱਕਰ, ਫਿਰ ਆਗਿਆ ਚੱਕਰ ਭਰਵੱਟਿਆਂ ਦੇ ਵਿੱਚ ਚੱਕਰ। ਤੇ ਇਹਨਾਂ ਚੱਕਰਾਂ ਦੇ ਰਾਹੀਂ ਉਹ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਸਨ ਆਪਣੇ ਫਲਸਫੇ ਅਨੁਸਾਰ ਕਿ ਸਵਾਸਾਂ ਨੂੰ ਇਹਨਾਂ ਚੱਕਰਾਂ ਦੇ ਵਿੱਚੋਂ ਲੰਘਾਉਂਦੇ ਜਦੋਂ ਸੁਰਤੀ ਜੋ ਹੈ ਦਸਮ ਦੁਆਰ ਪੁੱਜ ਜਾਂਦੀ, ਉਹਨਾਂ ਦੇ ਅਨੁਸਾਰ ਇਹ ਉਹਨਾਂ ਦਾ ਫਲਸਫਾ ਸੀ। ਤੇ ਉਹ ਇਹ ਸਮਝਦੇ ਸਨ ਕਿ ਭਈ ਉਹਦੇ ਨਾਲ ਹੀ ਭਗਤੀ ਦੇ ਵਿੱਚ ਮਨੁੱਖ ਜੁੜਦਾ ਹੈ, ਉਹਦੇ ਨਾਲ ਹੀ ਮਨੁੱਖ ਜੋ ਹੈ
योग प्राप्त कर सकता है, जोड़ हो सकता है, परमात्मा के नाल मिलाप हो सकता। पर सतगुरु पातशाह की बाणी ने जो सी ये जो चक्र ने उन्होंने मानता नहीं दी। भगत कबीर जी इस शब्द के अंदर इहो गल समझाउण का यतन करते हैं कि मनुख केवल शरीरक क्रियावां दे विच फस के ही अपने जीवन को बर्बाद करने का यतन ना कर। ते शब्द के अंदर जो भगत जी ने समझाउण का यतन किया वो ये गल है कि भाई खट नेम कर कोठड़ी बांधी वस्त अनूप बीच पाई। उन्होंने जिहड़े 6 चक्र सन, खट तो भाव 6, नेम तो भाव चक्र, कोठड़ी तो भाव शरीर रूपी निक्का जिहा घर, ते बांधी तो भाव बनाया गया, ते वस्त तो भाव हो गई चीज, अनूप हो गई उपमा, उप तो भाव उपमा, ते अनूप तो भाव हो गया उपमा रहत, ते बीच हो गया उस कोठड़ी दे विच। कुंजी कुल्फ प्राण कर राखे करते बार न लाई। ते भगत जी कहते ने भाई कुंजी हो गई चाबी, कुल्फ हो गया जंदरा, प्राण हो गए श्वास, ते करते तो भाव करदियां बनाउंदियां, बार तो भाव देरी। हुण भगत जी इस शब्द के अंदर यह गल समझा रहे ने कि भाई वो जो चक्र ने उन्हां चक्रां तो हट के गल कर रहे ने कि उस अकाल पुरख परमात्मा ने जिहड़े 6 चक्र जिन्हां दे नाल एक कोठड़ी साडा छोटा जिहा शरीर रूपी निक्का जिहा घर बनाया, ते ओहदे विच एक जो है बड़ी ही कीमती वस्तु जो है वो ओहदे विच पाई है उस कोठी दे अंदर। ते भगत जी समझाउण दा यतन करदे ने कि ये 6 चक्र की ने। ते आम करके जो धर्म की दुनिया है, जो धर्म का फलसफा है, ਉਹਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਸਰੀਰ ਜੋ ਹੈ ਉਹ 5 ਤੱਤਾਂ ਦਾ ਬਣਿਆ ਹੋਇਆ। 5 ਤੱਤ ਜੋ ਨੇ ਮਿਲ ਕੇ ਸਰੀਰ ਬਣਿਆ, ਤੇ 5 ਤੱਤ ਦੇ ਨਾਲ 6ਵਾਂ ਜੋ ਹੈ ਉਹ ਮਨ ਮੰਨਿਆ ਗਿਆ ਕਿ ਮਨ ਤੇ 5 ਤੱਤ ਮਿਲ ਕੇ ਇਹ ਸਾਡਾ ਜੀਵਨ। ਉਸ ਦੇ ਅੰਦਰ ਫਿਰ ਜੋ ਉਹ ਆਤਮਾ ਪਰਮਾਤਮਾ ਦਾ ਵੀ ਜੋ ਅੰਸ਼ ਹੈ, ਉਹ ਜੋ ਕੀਮਤੀ ਵਸਤੂ ਹੈ, ਉਹ ਉਸ ਅਕਾਲ ਪੁਰਖ परमात्मा ने इस छोटी जी कोठड़ी के अंदर वो जो वस्तु जो है पाई है, जिसकी कीमत कोई नहीं, जिसकी उपमा कही नहीं जा सकती। सतगुरु पातशाह बाणी के अंदर बख्शिश करते ने, 5 तत्त को तन रचियो जानो छत्र सुजा नाका लीन ताए मेहमान। कि भाई हकीकत दे शरीर 5 तत्तां दा बनया होया, ते जिहदे विचों ये शरीर उपजिया है, उसे दे विच जाके मुड़ के इन्हां तत्तां ने वापस मिल जाना। ते सतगुरु पातशाह दी बाणी दे अंदर भगत जी बख्शिश कर रहे ने, कुंजी कुल्फ प्राण कर राखे करते बाहर ना लाई। ये निक्की जी कोठड़ी बना के इहदी चाबी ते जंदरा जो सी वो श्वासां नूं रख के बना के उस अकाल पुरख ने इस कोठी नूं बनाउंदियां कोई देर नहीं लाई, कोई समा नहीं लाया। थोड़े चिर दे विच ही उस अकाल पुरख परमात्मा ने एक कोठी जो है तैयार कर ली, कोई समा नहीं लगा। ते सतगुरु पातशाह की बाणी के अंदर जो भगत जी ने यह गल समझाउण का यतन किया कि भाई ये जो 6 नेम ने, इन्हां दे अंदर ये 6 जो चक्र ने, इन्हां दे अंदर 5 तत्त ने ते 6वां मन है। ते नाल ही जो है इन्हां नूं मिला के ये शरीर रूपी निक्का जिहा घर उस प्रभु परमात्मा ने बना के विच बड़ी ही जो है कीमती वस्तु की उपमा नहीं की जा सकती, वो आत्मा दे विच। ते फिर जो तारा ते जी प्राण बना के उस अकाल पुरख ने इस कोठड़ी नूं बनाउंदियां कोई समा नहीं लाया। ते मारे बख्शिश करते ने, 5 तत्त मिलकाया किनी तिसमें राम रतन लै चीनी, आत्म मैं राम राम मैं आत्म हर पाइया शब्द विचारा है। सतगुरु कहते हैं भाई उस अकाल पुरख ने 5 तत्तां दा शरीर बना के उस दे विच अकाल पुरख परमात्मा की जोत जो है विच रखी हुई। निर्मल काया उजल हंसा तिसमें नाम निरंजन हंसा। सतगुरु कहते भाई निर्मल इस काया के अंदर वो उत्तम जो वस्तु है वो आत्मा अकाल पुरख परमात्मा ने इहदे विच रखी हुई है। ते मारे कहते हैं भाई जिहड़ा मनुख दा
ਆਉਣ ਜਾਉਣ ਦਾ ਗੇੜ ਹੈ ਇਹ ਮਨ ਕਰਕੇ, ਕਿਉਂਕਿ ਜਦੋਂ ਮਨ ਮੈਲਾ ਹੈ ਤੇ ਸਭ ਕੁਝ ਮੈਲਾ ਹੈ। ਮਨ ਮੈਲਾ ਹੈ, ਸਭ ਕੁਝ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਮਾਰੇ ਕਹਿੰਦੇ ਨੇ ਭਈ ਮਨ ਦੇ ਵਸ ਵਿੱਚ ਫਸਿਆ ਹੋਇਆ ਮਨੁੱਖ ਜਦੋਂ ਵਿਕਾਰਾਂ ਵਾਲਾ ਜੀਵਨ ਕਰਦਾ ਜਿਉਂਦਾ ਹੈ, ਆਪਣੇ ਨਿਜ ਘਰ ਤੋਂ ਜੋ ਹੈ ਦੂਰ ਹੋ ਜਾਂਦਾ ਹੈ, ਉਸ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਕੁਦਰਤੀ ਤੌਰ ਦੇ ਉੱਤੇ ਇਸ ਦਾ ਸੰਸਾਰ ਦੇ ਅੰਦਰ ਜੋ ਜੰਮਣ ਮਰਨ ਹੈ ਇਹ ਗੇੜਾ ਬਣਿਆ ਰਹਿੰਦਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋਮੈ ਬਹੁਤ ਹੰਕਾਰ, ਸ਼ਬਦੈ ਸਾਧ ਨਾ ਆਵਈ, ਨਾਮ ਨਾ ਲਗੈ ਪਿਆਰ। ਮਨ ਕਹਿੰਦੇ ਜਦੋਂ ਤੱਕ ਇਹ ਮਨ ਲਹਿਰਾਂ ਦੇ ਅੰਦਰ, ਕਦੀ ਇਹ ਵਿਕਾਰਾਂ ਵਾਲੇ ਪਾਸੇ ਦੌੜ ਰਿਹਾ, ਇਹਦੇ ਅੰਦਰ ਫੁਰਨੇ ਫੁਰ ਰਹੇ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਤੋਂ ਦੂਰ ਹੋ ਕੇ ਇਹ ਜੋ ਜੀਵਨ ਹੈ ਇਹ ਬਰਬਾਦ ਹੋ ਰਿਹਾ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ, ਬਾਰੰਬਾਰ ਭਰਮਾਈ, ਮੇਰੇ ਠਾਕੁਰ ਬਾਲਕ ਇਕਤ ਕਰ ਆਣ, ਸਤਿਗੁਰ ਮਿਲਾ ਤਾਂ ਪੂਰਾ ਪਾਈਐ, ਭਜ ਰਾਮ ਨਾਮ ਨਿਸ਼ਾਨ। ਹੁਣ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਨੇ ਕਿ ਇਸ ਸਰੀਰ ਰੂਪੀ ਇਸ ਘਰ ਦੇ ਅੰਦਰ ਜਿਹੜਾ ਮਨ ਹੈ ਉਹ ਬੈਠਾ ਹੈ, ਜਿਹੜਾ ਟਿਕ ਕੇ ਨਹੀਂ ਬਹਿ ਰਿਹਾ। ਜਿਤਨੇ ਵੀ ਯਤਨ ਕੀਤੇ ਜਾਂਦੇ ਨੇ ਉਹ ਉਤਨਾ ਹੀ ਭੱਜਦਾ ਹੈ, ਨੱਠਦਾ ਹੈ, ਧਰਮ ਤੋਂ ਦੂਰ ਹੈ, ਅਧਰਮ ਵਾਲੇ ਪਾਸੇ ਹੈ, ਉਹ ਕਾਬੂ ਵਿੱਚ ਨਹੀਂ ਆ ਰਿਹਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਈ ਇਸ ਨੂੰ ਜੇ ਕਦੇ ਪੂਰਾ ਸਤਿਗੁਰੂ ਮਿਲ ਜਾਵੇ, ਜੇ ਕਦੇ ਇਸ ਪ੍ਰਮਾਤਮਾ ਦੀ ਬੰਦਗੀ ਨਾਲ ਜੁੜ ਜਾਵੇ, ਤਾਂ ਫਿਰ ਇਹ ਆਪਣੇ ਨਿਜ ਘਰ ਵਿੱਚ ਰੁਕ ਸਕਦਾ। ਨਹੀਂ ਤੇ ਮਨੁੱਖ ਦਾ ਜੀਵਨ ਜੋ ਹੈ ਉਹ ਬੇਪਰਵਾਹ ਹੋਇਆ, ਗਾਫਲ ਹੋਇਆ, ਸੁੱਤਿਆਂ ਇਹ ਜੀਵਨ ਜੋ ਹੈ ਇਹ ਬਰਬਾਦ ਹੋ ਰਿਹਾ, ਕਿਉਂਕਿ ਜਿਹੜੇ ਵਿਕਾਰ ਨੇ ਉਹ ਇਸ ਘਰ ਨੂੰ ਲੁੱਟੀ ਜਾ ਰਹੇ ਨੇ। ਇਹ ਜੋ ਮਨੁੱਖ ਹੈ ਇਹਦਾ ਜੀਵਨ ਜੋ ਹੈ ਇਹ ਅਜਾਈ ਜੋ ਹੈ ਬਤੀਤ ਹੋ ਰਿਹਾ ਹੈ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਭਾਈ ਮਨੁੱਖ ਜੇ ਕਦੇ ਗਫਲਤ ਦੀ ਨੀਂਦਰ ਤੋਂ ਜਾਗਣਾ ਹੈ ਤੇ ਫਿਰ ਮਨ ਸੁਚੇਤ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਸਾਫ਼ ਹੋਵੇ ਕਿਵੇਂ, ਮਨ ਕਾਬੂ ਚ ਆਵੇ ਕਿਵੇਂ, ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰਿ ਕੈ ਨਾਮ ਨਿਵਾਸ, ਮਿਟੈ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪ੍ਰਗਾਸ। ਮਨ ਕਹਿੰਦੇ ਜਦੋਂ ਮਨੁੱਖ ਧਰਮੀ ਪੁਰਸ਼ਾਂ ਦੀ ਸੰਗਤ ਵਿੱਚ ਬੈਠਦਾ ਹੈ ਫਿਰ ਇਹ ਮਨ ਸਾਫ਼ ਹੁੰਦਾ ਹੈ, ਇਹਦੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਇਹਦੇ ਜੀਵਨ ਦੇ ਅੰਦਰ ਜੋ ਹੈ ਚੰਗੇ ਗੁਣ ਜੋ ਨੇ ਉਹ ਆਉਂਦੇ ਨੇ, ਇਹ ਧਰਮੀ ਹੁੰਦਾ ਹੈ, ਨਿਜ ਘਰ ਵਾਲੇ ਪਾਸੇ ਚੱਲਦਾ ਹੈ। ਇਹ ਜੋ ਮਨ ਹੈ ਸੁਚੇਤ ਹੋ ਕੇ ਉਸ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਜੋ ਹੈ ਮਨੁੱਖ ਸਫਲ ਕਰ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਾਈ ਮਨ ਮੇਰੋ ਬਸ ਨਾਏ, ਨਿਸਬਾਸਰ ਵਿਖਿਆਣ ਕੋ ਤਾਵਤ, ਕਿਆ ਵਿਦ ਰੋਕੋ ਤਾਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਮੇਰਾ ਮਨ ਜੋ ਹੈ ਵਸ ਵਿੱਚ ਨਹੀਂ, ਦਿਨ ਤੇ ਰਾਤ ਹਰ ਵੇਲੇ ਇਹ ਵਿਕਾਰਾਂ ਵਾਲੇ ਪਾਸੇ ਦੌੜ ਕਰ ਰਿਹਾ ਹੈ। ਇਸ ਨੂੰ ਜਾਵੇ ਫਿਰ ਜਵਾਬ ਪਾਤਸ਼ਾਹ ਨੌਵੇਂ ਪਾਤਸ਼ਾਹ ਦਿੰਦੇ ਨੇ, ਮੈਂ ਤਾਂ ਪਾਇਓ ਨਾਮ, ਮਾਨੋ ਧਾਵਣ ਤੇ ਚੁੱਕਿਓ, ਕਰ ਬੈਠੋ ਵਿਸ਼ਰਾਮ। ਕਿ ਭਾਈ ਜਦੋਂ ਹਰੀ ਨਾਮ ਰੂਪੀ ਤਨ ਲੱਭ ਜਾਵੇ, ਇਹ ਮਨ ਜੋ ਹੈ ਭਟਕਣਾ ਤੋਂ ਰਹਿਤ ਹੋ ਕੇ ਫਿਰ ਵਿਸ਼ਰਾਮ ਕਰਕੇ ਇੱਕ ਥਾਂ ਦੇ ਉੱਤੇ ਟਿਕ ਕੇ ਜੋ ਹੈ ਇਹ ਬਹਿ ਜਾਂਦਾ। ਤੇ ਸਤਿਗੁਰੂ ਕਹਿੰਦੇ ਭਾਈ ਜਿਹੜੇ ਕੇਵਲ ਸਰੀਰ ਦੇ ਨਾਲ ਜੁੜੇ ਨੇ ਉਹਨਾਂ ਦਾ ਜੀਵਨ ਜੋ ਹੈ ਬਰਬਾਦ ਹੋ ਜਾਂਦਾ, ਉਹਨਾਂ ਦੇ ਜੀਵਨ ਦੇ ਅੰਦਰ ਵਿਕਾਰ ਨੇ, ਉਹ ਠਗੇ ਜਾਂਦੇ ਨੇ। ਪਰ ਜਿਨ੍ਹਾਂ ਨੇ ਅੰਦਰ ਦੀ ਵਸਤੂ ਨੂੰ ਪਹਿਚਾਨ ਲਿਆ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਜੋਤ ਦੇ ਦਾ ਜਿਨ੍ਹਾਂ ਨੂੰ ਗਿਆਨ ਹੈ ਕਿ ਸਰੀਰ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਆਤਮਾ ਹੈ, ਤੇ ਆਤਮਾ ਦੀ ਖੁਰਾਕ ਪਰਮਾਤਮਾ ਦਾ ਸਿਮਰਨ ਹੈ। ਜਿੰਨਾ ਸਿਮਰਨ ਮਨੁੱਖ ਕਰੇਗਾ, ਜਿੰਨਾ ਪਰਮਾਤਮਾ ਦੀ ਬੰਦਗੀ ਕਰੇਗਾ, ਜਿੰਨਾ ਸ਼ਬਦ ਦੀ ਵਿਚਾਰ ਕਰੇਗਾ, ਸ਼ਬਦ ਨੂੰ ਪੜ੍ਹੇਗਾ, ਸ਼ਬਦ ਅਨੁਸਾਰ ਜੀਵਨ ਨੂੰ ਜੀਵੇਗਾ, ਉਤਨਾ ਇਹ ਆਪਣੇ ਨਿਜ ਘਰ ਵਾਲੇ ਪਾਸੇ ਚਲੇਗਾ, ਉਨਾ ਇਸ ਦਾ ਜੀਵਨ ਜੋ ਹੈ ਉਹ ਪ੍ਰਵਾਨ ਹੋਵੇਗਾ। ਤੇ ਸਤਿਗੁਰ ਕਹਿੰਦੇ ਨੇ ਭਾਈ ਇਹ ਮਨ ਕਾਬੂ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦੀ ਜੋ ਹੈ ਬੰਦਗੀ ਦੇ ਨਾਲ ਹੀ ਹੋ ਸਕਦਾ ਹੈ। ਨਹੀਂ ਤੇ ਇਹਦੇ ਵਿੱਚ ਚੰਚਲ ਜੋ ਹੈ ਮਨ ਦੇ ਕੋਲ ਤ੍ਰਿਸ਼ਨਾ ਹੈ, ਭਟਕਣਾ ਹੈ। ਸਾਧੋ ਇਹ ਮਨ ਗਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾਤੇ ਥਿਰ ਨਾ ਰਹਾਈ। ਕਹਿੰਦੇ ਭਈ ਇਹ ਪਕੜ ਚ ਨਹੀਂ ਆਉਂਦਾ। ਇਹ ਜੋ ਹੈ ਇਹ ਹਰ ਪਾਸੇ
ਦਹਿਲਿਸ ਵਾਲੇ ਪਾਸੇ ਦੌੜ ਰਿਹਾ। ਇਸ ਦੀ ਅਵਸਥਾ ਇਹ ਹੈ, ਇਹ ਟਿਕ ਕੇ ਨਹੀਂ ਬਹਿੰਦਾ ਅਤੇ ਧਰਮ ਵਾਲੇ ਪਾਸੇ ਚੱਲਣ ਤੋਂ ਆਲਸ ਕਰਦਾ। ਜਦੋਂ ਅਧਰਮ ਦੀ ਗੱਲ ਹੈ, ਜਦੋਂ ਪਾਪ ਕਰਮਾਂ ਦੀ ਗੱਲ ਹੈ, ਉਧਰ ਦੌੜ ਕੇ ਜਾਂਦਾ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਕਿ ਭਈ ਜਦੋਂ ਧਰਮ ਦੀ ਗੱਲ ਹੋਵੇ, ਅੰਮ੍ਰਿਤ ਕੋਰਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿੱਠੀ, ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਣਤ ਜਨ ਬਿਛੂ ਡਿਸਾਨਾ। ਜਿਹੜੇ ਗਾਫਲ ਹੋ ਕੇ ਸੁੱਤੇ ਹੋਏ ਨੇ, ਜਿਹੜੇ ਸੁਚੇਤ ਨਹੀਂ, ਜਿਹੜੇ ਜਾਗੇ ਨਹੀਂ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਜੀਵਨ ਦੀ ਅਵਸਥਾ ਕੀ ਹੈ ਕਿ ਉਹ ਇੱਕ ਪਾਸੇ ਜਾਗ ਰਹੇ ਨੇ, ਜਾਂ ਉਹ ਗਫਲਤ ਦੀ ਨੀਂਦਰ ਦੇ ਵਿੱਚ ਸੁੱਤੇ ਹੋਏ ਨੇ। ਸੁਪਨੇ ਦੇ ਅੰਦਰ ਉਹਨਾਂ ਨੂੰ ਕੇਵਲ ਆਪਣਾ ਸਰੀਰ, ਆਪਣਾ ਘਰ-ਬਾਰ, ਆਪਣਾ ਪਰਿਵਾਰ, ਇਹੋ ਜੀਵਨ ਦਿਸਦਾ ਹੈ। ਅੰਦਰ ਦੀ ਜੋ ਵਸਤ ਹੈ ਉਸ ਦਾ ਇਹਨਾਂ ਨੂੰ ਗਿਆਨ ਨਹੀਂ, ਉਸ ਪਾਸੇ ਦਾ ਧਿਆਨ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਿੰਨੀ ਆਤਮ ਚਿੰਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਮਾਰੇ ਕਹਿੰਦੇ ਨੇ ਭਈ ਜਿਨ੍ਹਾਂ ਨੇ ਆਪਣੇ ਅੰਦਰ ਉਸ ਆਤਮਾ ਦੀ ਪਹਿਚਾਨ ਕਰ ਲਈ ਤੇ ਇਹ ਸਮਝ ਲਿਆ ਕਿ ਭਈ ਆਤਮਾ ਹੀ ਪਰਮਾਤਮਾ ਹੈ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਬ੍ਰਹਮ ਵਿਚਾਰਾ। ਮਾਰੇ ਕਹਿੰਦੇ ਨੇ ਭਈ ਆਤਮਾ ਪਰਮਾਤਮਾ ਦੀ ਅੰਸ਼ ਹੈ। ਆਤਮਾ ਜੋ ਹੈ ਇਹ ਪਰਮਾਤਮਾ ਦਾ ਹੀ ਹਿੱਸਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੇਵਲ ਸਰੀਰ ਦੇ ਨਾਲ ਜੁੜ ਕੇ ਆਤਮਾ ਦਾ ਜੇਕਦੇ ਗਿਆਨ ਨਹੀਂ ਤੇ ਸਮਝੋ ਮਨੁੱਖ ਜੋ ਹੈ ਉਹ ਸੁੱਤਾ ਹੋਇਆ, ਉਹ ਬੇਪਰਵਾਹ ਹੈ, ਉਹ ਗਫਲਤ ਦੀ ਨੀਂਦਰ ਦੇ ਵਿੱਚ ਸੁੱਤਾ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਾਣੀ ਦੇ ਅੰਦਰ, ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਨਾ ਇਹ ਮਾਨਸ ਨਾ ਇਹ ਦਿਓ, ਅੰਤਲੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਗਤ ਜੀ ਸਮਝਾਉਂਦੇ ਨੇ ਕਿ ਭਾਈ ਕਹੋ ਕਬੀਰ ਇਹ ਰਾਮ ਕੀ ਆਸ, ਜਬ ਜਸ ਕਾਗਦ ਪਰ ਮਿਟੈ ਨਾ ਮਾਸ। ਕਿ ਇਹ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ ਤੇ ਬਿਲਕੁਲ ਉਸੇ ਤਰ੍ਹਾਂ ਹੈ, ਇਕਮਿਕ ਹੈ, ਜਿਵੇਂ ਕਾਗਜ਼ ਦੇ ਉੱਤੇ ਜੋ ਸਿਆਹੀ ਹੈ ਉਹ ਕਾਗਜ਼ ਦੇ ਨਾਲੋਂ ਵੱਖ ਨਹੀਂ ਹੋ ਸਕਦੀ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਕਿ ਇਸ ਦੇ ਅੰਦਰ ਵਸਤ ਅਨੂਪ ਹੈ, ਉਹ ਫਿਰ ਉਸ ਵਸਤ ਨੂੰ ਦੇ ਨਾਲ ਜੁੜੇ ਨੇ, ਉਹ ਉਹਦੇ ਰਾਹੀਂ ਪਰਮਾਤਮਾ ਨਾਲ ਜੁੜੇ ਨੇ। ਵਿਕਾਰ ਉਹਨਾਂ ਨੂੰ ਠੱਗ ਨਹੀਂ ਸਕਦੇ। ਤੇ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਨਹੀਂ, ਗਾਫਲ ਹੋਏ ਕਾ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਉਹਨਾਂ ਦੇ ਘਰ ਦੇ ਅੰਦਰ ਵਿਕਾਰਾਂ ਰੂਪੀ ਜਿਹੜੇ ਚੋਰ ਪੈ ਰਹੇ ਨੇ, ਉਹਨਾਂ ਦਾ ਘਰ ਲੁੱਟਿਆ ਜਾ ਰਿਹਾ ਹੈ, ਉਹ ਠਗੇ ਜਾ ਰਹੇ ਨੇ, ਪਰ ਉਹਨਾਂ ਦੀ ਗਫਲਤ ਦੀ ਨੀਂਦ ਟੁੱਟਦੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਸਾਨੂੰ ਜਗਾਉਣ ਦਾ ਯਤਨ ਕਰਦੇ ਨੇ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਾਇਆ ਪਾਸਾਰੇ। ਸਤਿਗੁਰੂ ਪਾਤਸ਼ਾਹ ਜਗਾਉਂਦੇ ਨੇ, ਭਾਈ ਤੂੰ ਸੁੱਤਾ ਹੋਇਆ ਹੈ, ਤੂੰ ਗਫਲਤ ਦੀ ਨੀਂਦਰ ਦੇ ਅੰਦਰ ਹੈ, ਤੂੰ ਜੋ ਦੇਖ ਰਿਹਾ ਹੈ ਕਿ ਮੇਰਾ ਹੈ, ਘਰ ਮੇਰਾ ਹੈ, ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ, ਧਨ ਸੰਪਤੀ ਮੇਰੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਸਰੀਰ ਤੇਰਾ ਨਹੀਂ, ਇਹ ਤੇਰੇ ਨਾਲ ਚੱਲਣ ਵਾਲਾ ਨਹੀਂ, ਇਹ ਧਨ ਸੰਪਤੀ ਤੇਰੇ ਨਾਲ ਚੱਲਣ ਵਾਲੀ ਨਹੀਂ, ਇਹ ਘਰ ਪਰਿਵਾਰ ਤੇਰੇ ਨਾਲ ਚੱਲਣ ਵਾਲਾ ਨਹੀਂ। ਜੋ ਅੰਦਰ ਸਰੀਰ ਦੇ ਆਤਮਾ ਹੈ, ਜੋ ਸੁਕਾਲ ਪੁਰਖ ਨੇ ਇਸ ਨਿੱਕੀ ਜੀ ਕੋਠੜੀ ਦੇ ਅੰਦਰ ਜੋ ਉਹ ਪਰਮ ਤੱਤ ਰੱਖਿਆ ਹੈ, ਜਿਸ ਦੀ ਉਪਮਾ ਕਹੀ ਨਹੀਂ ਜਾ ਸਕਦੀ, ਕਿਉਂਕਿ ਪਰਮਾਤਮਾ ਦੀ ਅੰਸ਼ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨੂੰ ਪਹਿਚਾਣਨ ਦੀ ਕੋਸ਼ਿਸ਼ ਕਰ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੁੱਢ ਨੂੰ ਪਛਾਣਨ ਦੀ ਕੋਸ਼ਿਸ਼ ਕਰ। ਹੁਣ ਮੁੱਢ ਦੇ ਨਾਲ ਟੁੱਟਿਆ ਕਦੀ ਵੀ ਕੋਈ ਵੀ ਰੁੱਖ ਹੈ ਜਿਹਦੀਆਂ ਜੜ੍ਹਾਂ ਕੱਟ ਦਿੱਤੀਆਂ ਜਾਣ, ਮੁੱਢ ਤੋਂ ਕੱਟ ਦਿੱਤਾ ਜਾਵੇ, ਉਹ ਕਦੀ ਫਲਦਾ ਫੁੱਲਦਾ ਨਹੀਂ। ਪੇੜ ਮੁੱਢਾਂ ਨੂੰ ਕੱਟਿਆ ਤਿਸ ਡਾਲ ਸੁਕੰਦੇ। ਸਤਿਗੁਰੂ ਕਹਿੰਦੇ ਭਾਈ ਜੇ ਕਿਤੇ ਪੇੜ ਮੁੱਢ ਤੋਂ ਕੱਟ ਲਿਆ ਜਾਵੇ, ਉਸਦੇ ਜਿਹੜੇ ਡਾਲ ਨੇ ਉਹ ਸੁੱਕ ਜਾਂਦੇ ਹਨ, ਉਹਦੇ ਨਾਲ ਫਿਰ ਕਦੇ ਫੁੱਲ ਨਹੀਂ ਲੱਗਦੇ, ਉਹਦੇ ਨਾਲ ਕਦੇ ਫਲ ਨਹੀਂ ਲੱਗਦੇ, ਉਹ ਫਿਰ ਭਰਿਆ ਭਰਿਆ ਨਹੀਂ ਹੋ ਸਕਦਾ। ਤੇ ਸਤਿਗੁਰੂ ਕਹਿੰਦੇ ਭਾਈ ਤੇਰਾ ਮੁੱਢ ਜੋ ਹੈ, ਉਹ ਜੋ ਆਤਮਾ ਹੈ, ਪਰਮਾਤਮਾ ਦੀ ਅੰਸ਼, ਬਸ ਉਹਦੇ ਨੇੜੇ ਰਹਿ, ਉਹਦੇ ਨਾਲ ਜੁੜ ਕੇ ਰਹਿ, ਕੇਵਲ ਸਰੀਰ ਦੇ ਨਾਲ ਨਹੀਂ। ਤੇ ਸਰੀਰ ਨਾਲ ਜੇ ਕਿਤੇ ਜੁੜ ਕੇ ਰਵੇਂਗਾ ਤੇ ਮਾਰੇ ਕਹਿੰਦੇ ਫਿਰ ਇੱਕ ਗੱਲ ਚੇਤੇ ਰੱਖੀ, ਤੂੰ ਗਫਲਤ ਦੀ ਨੀਂਦਰ ਹੀ ਸੁੱਤਾ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਮਾਰੇ ਕਹਿੰਦੇ ਨੇ ਭਾਈ ਮਨੁੱਖ ਜਾਗਣ ਦੀ ਕੋਸ਼ਿਸ਼ ਕਰ, ਜਾਗ। ਕਿੱਥੇ ਬੇਪਰਵਾਹ ਹੋ ਕੇ ਸੁੱਤਾ ਹੈ, ਕਿੱਥੇ ਗਫਲਤ ਦੀ ਨੀਂਦਰ ਵਿੱਚ ਸੁੱਤਾ ਹੈ। ਜੇ ਕਦੇ ਕੋਈ ਮਨੁੱਖ ਗਫਲਤ ਦੀ ਨੀਂਦਰ ਵਿੱਚ ਸੁੱਤਾ ਹੋਵੇ
ਦਰਵਾਜ਼ੇ ਵੀ ਸਾਰੇ ਖੁੱਲੇ ਰੱਖੇ ਹੋਣ ਤਾਂ ਫਿਰ ਉਹ ਘਰ ਲੁੱਟਿਆ ਜਾਂਦਾ, ਉਹ ਘਰ ਬਚ ਨਹੀਂ ਸਕਦਾ। ਤੇ ਸਤਿਗੁਰ ਕਹਿੰਦੇ ਨੇ ਭਾਈ ਜਿਹੜੇ ਜਾਗਦੇ ਨੇ ਉਹ ਉਹਨਾਂ ਦੇ ਘਰ ਕਦੀ ਲੁੱਟੇ ਨਹੀਂ ਜਾ ਸਕਦੇ, ਉਹਨਾਂ ਦੇ ਘਰਾਂ ਦੇ ਅੰਦਰ ਡਾਕਾ ਨਹੀਂ ਪੈਂਦਾ, ਉੱਥੇ ਜਿਹੜਾ ਚੋਰ ਹੈ ਉਹ ਸੰਨ ਨਹੀਂ ਲਾ ਸਕਦਾ। ਤੇ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਭਾਈ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਬਾਕੀ ਦੀਆਂ ਚੀਜ਼ਾਂ ਨੂੰ ਛੱਡ, ਤੂੰ ਗਫਲਤ ਦੀ ਨੀਂਦਰ ਵੀ ਸੁੱਤਾ, ਪਰਮਾਤਮਾ ਤੋਂ ਦੂਰ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ। ਤੂੰ ਅੰਦਰ ਦੀ ਵਸਤ ਨੂੰ ਪਹਿਚਾਨਿਆ ਨਹੀਂ, ਜਿਹੜੀ ਉਹ ਅਤ ਉੱਤਮ ਵਸਤ ਹੈ, ਜੋ ਪਰਮਾਤਮਾ ਦੀ ਅੰਸ਼ ਹੈ, ਉਹਨੂੰ ਤੂੰ ਪਹਿਚਾਨਿਆ ਨਹੀਂ, ਆਪਣੇ ਨਿਜ ਘਰ ਵਾਲੇ ਪਾਸੇ ਚਲਿਆ ਨਹੀਂ। ਤਾਂ ਫਿਰ ਇੱਕ ਗੱਲ ਸਮਝ, ਗਫਲਤ ਦੀ ਨੀਂਦਰ ਦੇ ਅੰਦਰ ਸੋ ਕੇ ਜਿਨ੍ਹਾਂ ਚੀਜ਼ਾਂ ਨੂੰ ਤੂੰ ਆਪਣਾ ਸਮਝ ਕੇ ਬੈਠਾ ਹੈ, ਸਤਿਗੁਰ ਕਹਿੰਦੇ ਨੇ ਬਾਕੀ ਦੀਆਂ ਤਾਂ ਦੂਰ ਨੇ। ਇਹ ਜਿਹੜਾ ਆਤਮਾ ਦੇ ਉੱਤੇ ਸਰੀਰ ਰੂਪੀ ਕਪੜਾ ਚੜ ਕੇ ਆਇਆ ਹੈ, ਜਿਸ ਸਰੀਰ ਦੇ ਵਾਸਤੇ ਮਨੁੱਖ ਦੀ ਸਾਰੀ ਦੌੜ ਹੈ। ਅਸੀਂ ਜਿੰਨਾ ਕਮਾਉਂਦੇ ਹਾਂ ਸਰੀਰ ਵਾਸਤੇ, ਚੰਗਾ ਲਾਉਣ ਵਾਸਤੇ, ਚੰਗਾ ਖਾਣ ਵਾਸਤੇ, ਚੰਗਾ ਘਰ ਬਣਾਉਂਦਿਆਂ ਰਹਿਣ ਵਾਸਤੇ, ਆਉਣ ਜਾਣ ਦੇ ਸਾਧਨ ਇਕੱਠੇ ਕਰਦੇ ਹਾਂ, ਸਰੀਰ ਦੀ ਇੱਜ਼ਤ ਮਾਣ ਸ਼ੋਹਰਤ ਚਾਹੁੰਦੇ ਹਾਂ। ਸਤਿਗੁਰ ਕਹਿੰਦੇ ਨੇ ਜਿੰਨੀ ਦੌੜ ਹੈ ਸਰੀਰ ਵਾਸਤੇ, ਤੇ ਫਿਰ ਸਰੀਰ ਦਾ ਬਣਦਾ ਕੀ ਹੈ? ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਹੜਾ ਸਰੀਰ ਨਾਲ ਆਇਆ ਸੀ, ਜਾਣ ਵੇਲੇ ਇਹ ਵੀ ਨਾਲ ਨਹੀਂ ਜਾਂਦਾ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂਸਿਓ ਕੀਨਾ, ਮਾਤਾ ਪਿਤਾ ਪੁੱਤਰ ਬਰਾਦਰੀ ਭਾਈਚਾਰਾ। ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਨਾਲ ਤੂੰ ਪ੍ਰੀਤ ਪਾ ਕੇ ਰੱਖੀ ਹੈ, ਜਿਨ੍ਹਾਂ ਦੇ ਨਾਲ ਤੂੰ ਜੀਵਨ ਦੇ ਵਿੱਚ ਆਪਣਾ ਪੂਰਾ ਜੀਵਨ ਜਿਨ੍ਹਾਂ ਦੇ ਵਾਸਤੇ ਖਚਿਤ ਕਰਦਾ ਹੈ, ਸਤਿਗੁਰ ਕਹਿੰਦੇ ਜੀਓ ਛੁਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ। ਮਰ ਕੇ ਜਦੋਂ ਸਰੀਰ ਦੇ ਵਿੱਚੋਂ ਆਤਮਾ ਵੱਖ ਹੁੰਦੀ ਹੈ, ਤਾਂ ਫਿਰ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ, ਮੌਤ ਆਉਂਦੀ ਹੈ, ਤੇ ਮਰ ਕਹਿੰਦੇ ਇਹੀ ਜਾ ਕੇ ਸਾੜ ਆਉਂਦੇ, ਇਹੋ ਨਾਲ ਹੋ ਕੇ ਸਾੜ ਆਉਂਦੇ। ਮਰ ਕਹਿੰਦੇ ਵੀ ਕੌਣ ਨਾਲ ਚੱਲਣ ਵਾਲਾ ਹੈ? ਫਿਰ ਉਹ ਜੋ ਵਸਤ ਅਨੂਪ ਸੀ, ਉਹ ਇਹਦੇ ਵਿੱਚੋਂ ਵੱਖ ਹੋ ਜਾਂਦੀ, ਉਹਦੇ ਵਾਲੇ ਪਾਸੇ ਧਿਆਨ ਨਹੀਂ ਗਿਆ। ਸਤਿਗੁਰ ਕਹਿੰਦੇ ਬਈ ਜਿਹਦੇ ਵਾਸਤੇ ਇਹਨੇ ਸਾਰੀ ਜ਼ਿੰਦਗੀ ਲਾ ਦਿੱਤੀ, ਉਹ ਅੱਜ ਸੜ ਰਿਹਾ। ਛੇਵੇਂ ਪਾਤਸ਼ਾਹ ਦੇ ਵੇਲੇ ਇੱਕ ਸਾਖੀ ਸੁਣਨ ਨੂੰ ਮਿਲਦੀ ਹੈ। ਕਹਿੰਦੇ ਨੇ ਕਿ ਭਾਈ ਸਤਿਗੁਰੂ ਪਾਤਸ਼ਾਹ ਨੇ, ਕਿਸੇ ਨੇ ਸਵਾਲ ਕੀਤਾ ਕਿ ਸਤਿਗੁਰੂ ਜਿਹੜੇ ਲੋਕੀ ਸਾਰੀ ਜ਼ਿੰਦਗੀ ਸਰੀਰ ਵਾਸਤੇ ਲੱਗੇ ਰਹਿੰਦੇ, ਸਾਰੀ ਜ਼ਿੰਦਗੀ ਸਰੀਰ ਵਾਸਤੇ ਲੱਗੇ ਰਹਿੰਦੇ ਨੇ, ਤੇ ਉਹਨਾਂ ਦੀ ਅਵਸਥਾ ਕੀ ਹੈ? ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਹੜੇ ਆਤਮਾ ਦੀ ਪਹਿਚਾਣ ਨਹੀਂ ਕਰਦੇ, ਉਸ ਪ੍ਰਭੂ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਮਾਰੇ ਕਹਿੰਦੇ ਨੇ ਭਾਈ ਉਹਨਾਂ ਦੀ ਅਵਸਥਾ ਇਵੇਂ ਹੈ ਜਿਵੇਂ ਕੋਈ ਵਿਅਕਤੀ ਬੜਾ ਹੀ ਸੁੰਦਰ ਘਰ ਬਣਾਵੇ, ਉਸ ਘਰ ਨੂੰ ਬੜੀ ਸੋਹਣੀ ਤਰੀਕੇ ਨਾਲ ਸ਼ਿੰਗਾਰੇ, ਰੰਗ ਰੋਗਨ ਕਰੇ, ਸਾਰੀ ਦੁਨੀਆ ਨੂੰ ਜੋ ਹੈ ਉਹ ਘਰ ਬੜਾ ਪਸੰਦ ਆਵੇ, ਤੇ ਇਤਨਾ ਉਹਨੂੰ ਸਜਾ ਕੇ ਰੱਖੇ ਕਿ ਹਰ ਬੰਦਾ ਵਾਹ ਵਾਹ ਕਰੇ। ਤੇ ਜਦੋਂ ਸਜਾਇਆ ਹੋਇਆ ਘਰ ਹੋਵੇ, ਤੇ ਫਿਰ ਉਸ ਨੂੰ ਆਪਣੇ ਹੱਥੀ ਤੀਲੀ ਲਾ ਕੇ ਅੱਗ ਲਾ ਦੇਵੇ, ਤੇ ਲੋਕੀ ਕੀ ਕਹਿਣਗੇ ਕਿ ਭਾਈ ਇਹ ਮੂਰਖ ਹੈ। ਸਤਿਗੁਰੂ ਕਹਿੰਦੇ ਸਾਡੀ ਰੱਬ ਦੇ ਨਾਲ ਟੁੱਟਿਆਂ ਦੀ ਅਵਸਥਾ ਵੀ ਉਹੀ ਹੈ। ਸਾਰੀ ਜ਼ਿੰਦਗੀ ਸਰੀਰ ਵਾਸਤੇ ਘਾਲਣਾ ਕਰ ਕਰਕੇ, ਤੇ ਸਰੀਰ ਜੋ ਹੈ ਉਹ ਵਿਕਾਰਾਂ ਦੇ ਵਸ, ਵਿਕਾਰਾਂ ਵਾਲਾ ਜੀਵਨ ਮਨੁੱਖ ਜੀ ਲੈਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਹੁੰਦਾ ਕੀ ਹੈ ਕਿ ਆਖਰ ਇਸ ਸਰੀਰ ਨੂੰ ਅੱਗ ਦੇ ਨਾਲ ਸਾੜ ਦਿੱਤਾ ਜਾਂਦਾ। ਮਰ ਕਹਿੰਦੇ ਸਾਰੀ ਮਿਹਨਤ ਉਹਦੀ ਬਰਬਾਦ ਹੋ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸਰੀਰ ਬਚਣ ਵਾਲਾ ਨਹੀਂ। ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਓ ਬਹੋਰ, ਨਾਗੇ ਪਾਵੋ ਤੇਗੇ ਜਿਨ ਕੇ ਲੱਖ ਕਰੋੜ। ਸਰੀਰ ਦੇ ਨਾਲ ਜੁੜਿਆ ਜੀਵਨ ਜੋ ਹੈ ਬਰਬਾਦ ਹੋ ਜਾਵੇਗਾ। ਸਤਿਗੁਰੂ ਕਹਿੰਦੇ ਫਿਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਰੀਰ ਵਾਸਤੇ ਕਮਾਈ ਕੀਤੀ, ਨਾਲ ਤਾਂ ਕੁਝ ਲੈ ਕੇ ਨਹੀਂ ਗਏ, ਕੋਈ ਸਾਖ ਸੰਬੰਧੀ ਨਾਲ ਗਿਆ ਨਹੀਂ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਆਰ ਫੁਨ ਗ੍ਰਹਿ ਨਾਲ, ਕੁਝ ਵੀ ਨਾਲ ਨਹੀਂ ਚਲਿਆ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਕਾਇਆ ਘਰ ਦਾ ਜਿਹੜਾ ਖੇਲ ਹੈ, ਇਹ ਸਵਾਸਾਂ ਦੇ ਨਾਲ ਚੱਲਦਾ ਹੈ। ਮਨ ਜਿਹੜਾ ਹੈ, ਇਸਨੇ ਰੋਜ਼ ਨਿਜ ਘਰ 'ਚ ਉਹ ਜਾਣਾ ਹੈ, ਮਾਇਆ ਵਿੱਚ ਖੇਡਣਾ ਹੈ। ਰੋਜ਼ ਅਸੀਂ ਜੋ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਜੋ ਹੈ ਇਹ ਰੋਜ਼ ਨਿਜ ਘਰ ਦੇ ਵਿੱਚੋਂ ਬਾਹਰ ਆ ਕੇ ਮਾਇਆ ਦੇ ਵਿੱਚ ਖੇਡਦਾ ਹੈ, ਅਤੇ ਵਾਪਸ ਇਸਨੇ ਨਿਜ ਘਰ ਵਿੱਚ ਆਣਾ ਹੈ। ਲੇਕਿਨ ਹੁੰਦਾ ਇਹਦੇ ਉਲਟ ਹੈ। ਮਨ ਨਿਜ ਘਰ ਵਿੱਚੋਂ ਨਿਕਲਿਆ ਤੇ ਜਾ ਕੇ ਮਾਇਆ ਦੇ ਵਿੱਚ ਖਚਤ ਹੋ ਗਿਆ, ਖੇਡਾਂ ਵਿੱਚ ਮਸਤ ਹੋ ਗਿਆ, ਤੇ ਮੁੜ ਕੇ ਵਾਪਸ ਜੋ ਹੈ ਘਰ ਵੱਲ ਆਇਆ ਨਹੀਂ। ਤੇ ਸਤਿਗੁਰੂ ਕਹਿੰਦੇ ਨਿਜ ਘਰ ਚੋਂ ਜਾ ਕੇ ਮਾਇਆ ਨਾਲ ਖੇਡਦੇ ਖੇਡਦੇ ਉੱਥੇ ਹੀ ਇਹ ਸੋ ਜਾਂਦਾ ਹੈ। ਇਸ ਨੂੰ ਚੇਤਾ ਹੀ ਨਹੀਂ ਰਹਿੰਦਾ ਕਿ ਮੈਨੂੰ ਵਾਪਸ ਆਉਣਾ ਹੈ,
ਤੇ ਸਾਧੂ ਕਹਿੰਦੇ ਭਈ ਜਿਹੜੇ ਹਮੇਸ਼ਾ ਸ਼ਬਦ ਦੇ ਨਾਲ ਜੁੜ ਕੇ ਰਹਿੰਦੇ ਨੇ, ਜਿਹੜੇ ਸ਼ਬਦ ਦੇ ਨਾਲ ਜਾਂਦੇ ਨੇ, ਉਹ ਫਿਰ ਸ਼ਬਦ ਦੇ ਨਾਲ ਵਾਪਸ ਨਿਜ ਘਰ ਆ ਜਾਂਦੇ ਨੇ। ਭਾਵ ਉਹ ਦੁਨੀਆ ਦੇ ਪਦਾਰਥ ਜੋ ਨੇ ਉਹਨਾਂ ਦਾ ਰੰਗ ਤੇ ਮਾਣ ਲੈਂਦੇ ਨੇ, ਉਹਨਾਂ ਦੇ ਵਿੱਚ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਆਪਣੇ ਜੀਵਨ ਵਾਸਤੇ ਉਹ ਲੈਤੇ ਰਹਿੰਦੇ ਨੇ, ਉਹ ਸੰਸਾਰ ਵਿੱਚ ਵਿਚਰਤਾ ਰਹੇ ਨੇ, ਲੇਕਿਨ ਕਦੀ ਵੀ ਸੰਸਾਰ ਵਿੱਚ ਖਚਤ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰਦੇ। ਤੇ ਸਾਧੂ ਕਹਿੰਦੇ ਭਾਈ ਜਦੋਂ ਮਨ ਨਿਜ ਘਰ ਚੋਂ ਨਿਕਲ ਕੇ ਜਾਣਾ ਸ਼ੁਰੂ ਹੋਵੇ, ਇਹਦੇ ਨਾਲ ਜੇ ਕਿਤੇ ਸ਼ਬਦ ਹੋਵੇ, ਇਹਦੇ ਨਾਲ ਜੇ ਕਿਤੇ ਗੁਰੂ ਦੇ ਸਿਧਾਂਤਾਂ ਦਾ ਪਹਿਰਾ ਹੋਵੇ, ਤੇ ਇਹ ਆਪਣੇ ਆਪ ਮੁੜ ਕੇ ਨਿਜ ਘਰ ਵਿੱਚ ਆਵੇਗਾ। ਨਹੀਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਫਿਰ ਮਾਇਆ ਵਿੱਚ ਹੀ ਸੋ ਜਾਵੇਗਾ। ਤੇ ਮਾਰੇ ਕਹਿੰਦੇ ਫਿਰ ਹੁੰਦਾ ਕੀ ਹੈ, ਉੱਥੇ ਹੀ ਖਚਤ ਹੋਇਆ ਪਾਉਣ ਦੇ ਵਿੱਚ ਖੇਡਦੇ ਖੇਡਦੇ ਸਵਾਸਾਂ ਦੀ ਪੂੰਜੀ ਜੋ ਹੈ ਉਹਨੂੰ ਬਰਬਾਦ ਕਰਦਾ ਹੈ। ਤੇ ਮਾਰੇ ਕਹਿੰਦੇ ਨੇ ਮਾਇਆ ਦੇ 3 ਗੁਣਾ 'ਚ ਹੀ ਸੋ ਜਾਂਦਾ। 23 ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਦੇ ਹਾਨੀ। ਸੁੱਤਾ ਗਾਫਲ ਸੁਪਨੇ ਵਿੱਚ ਵੀ ਕੀ ਦਿਖਦਾ ਹੈ, ਸਰੀਰ ਮੇਰਾ ਹੈ, ਇਹ ਪਰਿਵਾਰ ਮੇਰਾ ਹੈ, ਇਹ ਸਾਰਾ ਪਸਾਰਾ ਜੋ ਮੈਂ ਇਕੱਠਾ ਕੀਤਾ ਮੇਰਾ ਹੈ। ਪਰ ਜਦੋਂ ਸਤਿਗੁਰੂ ਦੇ ਨਾਲ ਜੁੜ ਕੇ ਜੀਵਨ ਨੂੰ ਬਤੀਤ ਕਰਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਸਰੀਰ ਸਭ ਮੂਲ ਹੈ ਮਾਇਆ, ਦੂਜਾ ਪਾਏ ਪਰਮ ਭੁਲਾਇਆ। ਸਤਿਗੁਰੂ ਗਿਆਨ ਦਿੰਦੇ ਨੇ ਕਿ ਭਾਈ ਇਹ ਕੇਵਲ ਸਰੀਰ ਹੀ ਜੀਵਨ ਨਹੀਂ, ਮਾਇਆ ਦੇ ਵਿੱਚ ਖਚਤ ਹੋ ਕੇ ਜੀਵਨ ਨੂੰ ਬਰਬਾਦ ਨਾ ਕਰ, ਤੇ ਤੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜ ਕੇ ਜੋ ਹੈ ਆਪਣੇ ਜੀਵਨ ਨੂੰ ਜੋ ਹੈ ਸਵਾਰਨ ਦਾ ਯਤਨ ਕਰ। ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਇਹੋ ਗੱਲ ਇਸ ਸ਼ਬਦ ਦੇ ਅੰਦਰ ਭਗਤ ਜੀ ਨੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਮਨੁੱਖ ਗਾਫਲ ਹੋਏ ਕਾ ਜਨਮ ਗਵਾਇਓ, ਚੋਰ ਮੁਸੈ ਘਰ ਜਾਈ। ਤੇ ਫਿਰ ਅਗਲੀ ਗੱਲ ਕਰਦੇ ਨੇ, ਪੰਜ ਪੈਰੂਆ ਦਰ ਮੇ ਰਹਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਚਾਰਾ। ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਮਨੁੱਖ ਇਸ ਸਰੀਰ ਦੇ ਅੰਦਰ 5 ਜੋ ਨੇ ਨਾ ਉਹ ਪਹਿਰੇਦਾਰ ਨੇ। 5 ਜਿਹੜੇ ਪਹਿਰੂਆ ਤੋਂ ਭਾਵ ਪਹਿਰੇਦਾਰ, ਦਰ ਮੈਂ ਸਰੀਰ ਰੂਪੀ ਨਿੱਕੇ ਜਿਹੇ ਘਰ ਦੇ ਦਰਵਾਜ਼ਿਆਂ ਦੇ ਉੱਤੇ, ਤੇ ਪਤਿਆਰਾ ਤੋਂ ਭਾਵ ਇਤਬਾਰ। ਮਾਰੇ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਭਾਈ ਇਹ ਜੋ 5 ਪਹਿਰੇਦਾਰ ਹਨ ਇਸ ਘਰ ਦੇ ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾ ਨਹੀਂ। ਹੁਣ ਇਹ ਜਿਹੜੇ 5 ਪਹਿਰੇਦਾਰ ਨੇ ਇਹ ਹੈ ਕਿਹੜੇ ਨੇ? 5 ਗਿਆਨ ਇੰਦਰੀ, ਜਿਨ੍ਹਾਂ ਦੇ ਵਾਸਤੇ, ਜਿਨ੍ਹਾਂ ਵਿੱਚ ਸਾਡੇ ਅੱਖਾਂ ਨੇ, ਕੰਨ ਹੈ, ਨੱਕ ਹੈ, ਜੇਵਾ ਹੈ, ਚਮੜੀ ਹੈ, ਜਿਹਦੇ ਰਾਹੀਂ ਸਾਨੂੰ ਕਿਸੇ ਵੀ ਚੀਜ਼ ਦਾ ਜੋ ਹੈ ਗਿਆਨ ਪ੍ਰਾਪਤ ਹੁੰਦਾ। ਤੇ ਸਤਿਗੁਰੂ ਕਹਿੰਦੇ ਇਹ ਸਾਡੇ ਪਹਿਰੇਦਾਰ ਨੇ। ਪਹਿਰੇਦਾਰ ਤੋਂ ਭਾਵ ਇਹਨਾਂ ਦੇ ਰਾਹੀਂ ਸਾਨੂੰ ਜੋ ਹੈ ਗਿਆਨ ਜੋ ਹੈ ਪ੍ਰਾਪਤ ਹੁੰਦਾ। ਦਿਮਾਗ ਚੰਗੇ ਤੇ ਮਾੜੇ ਦਾ ਨਿਰਣਾ ਕਰਦਾ, ਕਿਹੜੀ ਚੀਜ਼ ਸਾਡੇ ਫਾਇਦੇ ਦੀ ਹੈ, ਕਿਹੜੀ ਨੁਕਸਾਨ ਦੀ ਹੈ, ਇਹ ਸਭ ਕੁਝ ਇਹਨਾਂ ਗਿਆਨ ਇੰਦਰੀਆਂ ਰਾਹੀਂ ਪਤਾ ਲੱਗਦਾ। ਪਰ ਜਦੋਂ ਇਹੋ ਗਿਆਨ ਇੰਦਰੀ ਆਪਣੀ ਜ਼ਿੰਮੇਵਾਰੀ ਤੋਂ ਹਟ ਜਾਣ, ਤਾਂ ਫਿਰ ਜਿਨ੍ਹਾਂ ਨੇ ਆਤਮਾ ਨੂੰ ਬਚਾਉਣਾ ਸੀ, ਸਰੀਰ ਨੂੰ ਪਾਕ ਤੇ ਸਾਫ਼ ਰੱਖਣਾ ਸੀ, ਕਿਤੇ ਇਹ ਪਹਿਰੇ ਆਪਣੀ ਜ਼ਿੰਮੇਵਾਰੀ ਤੋਂ ਫਿਰ ਸਰੀਰ ਅੰਦਰ ਇਸ ਕੀ ਕੋਈ ਦੇ ਅੰਦਰ ਜੇ ਲੁੱਟਣ ਪਹੁੰਚ ਜਾਂਦੇ, ਸਤਿਗੁਰੂ ਨੇ ਉਹ ਆ ਕੇ ਵੜ ਜਾਂਦੇ ਨੇ। ਜਦੋਂ ਇਹ ਆਪਣੀ ਜ਼ਿੰਮੇਵਾਰੀ ਤੋਂ ਹਟਦੇ ਨੇ ਤੇ ਫਿਰ ਉਹ ਆ ਕੇ ਵੜਦੇ ਨੇ। ਹੁਣ ਇਹ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ? ਜੇਬਾਸੀ ਮਿੱਠਾ ਬੋਲਣਾ, ਰਸਨਾ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਨਾ, ਤੇ ਫਿਰ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਬਾਣੀ ਸੁਣਨੀ, ਅੱਖਾਂ ਦੇ ਨਾਲ ਜੋ ਸੀ ਇਹ ਪ੍ਰਭੂ ਪ੍ਰਮਾਤਮਾ ਦੀ ਬਾਣੀ ਨੂੰ ਪੜ੍ਹਨਾ, ਹਰ ਚੀਜ਼ ਦੇ ਅੰਦਰ ਪ੍ਰਮਾਤਮਾ ਨੂੰ ਦੇਖਣਾ। ਇਹ ਸਾਡੇ ਜੀਵਨ ਦੇ ਇਹ ਜਿਹੜੇ ਗਿਆਨ ਇੰਦਰੀ ਸਨ, ਇਹਨਾਂ ਨੇ ਹਰ ਵੇਲੇ ਸਾਨੂੰ ਪ੍ਰਮਾਤਮਾ ਨਾਲ ਜੋੜਨਾ ਸੀ। ਜੇ ਕਿਤੇ ਕੋਈ ਅਸੀਂ ਜਾ ਰਹੇ ਹਾਂ, ਸਾਨੂੰ ਕੋਈ ਵਿਅਕਤੀ ਅੱਖਾਂ ਤੋਂ ਬਿਨਾਂ ਲੱਭਦਾ ਹੈ, ਤੇ ਅਸੀਂ ਇੱਕਦਮ ਪ੍ਰਮਾਤਮਾ ਨੂੰ ਚੇਤੇ ਕਰਦੇ ਆ, ਪ੍ਰਮਾਤਮਾ ਤੁਸੀਂ ਬਖਸ਼ਿਸ਼ ਕਰਕੇ ਮੈਨੂੰ ਅੱਖਾਂ ਦਿੱਤੀਆਂ ਨੇ, ਇਹਦੇ ਕੋਲ ਅੱਖਾਂ ਨਹੀਂ। ਕੋਈ ਲੱਤਾਂ ਤੋਂ ਬਿਨਾਂ ਲੱਭਦਾ, ਇਹ ਅੱਖਾਂ ਉਸ ਪ੍ਰਮਾਤਮਾ ਨੂੰ ਚੇਤੇ ਕਰਾਉਂਦੀਆਂ, ਅਕਾਲ ਪੁਰਖ ਪ੍ਰਮਾਤਮਾ ਇਹਦੇ ਕੋਲ ਲੱਤਾਂ ਨਹੀਂ, ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਲੱਤਾਂ ਦਿੱਤੀਆਂ ਨੇ। ਰਸਨਾ ਦੇ ਨਾਲ ਉਸ ਪ੍ਰਮਾਤਮਾ ਦੀ ਬੰਦਗੀ, ਉਸ ਪ੍ਰਮਾਤਮਾ ਦਾ ਸ਼ਬਦ ਜੋ ਸੀ ਉਹ ਪੜਿਆ ਜਾਂਦਾ, ਨਿਮਰਤਾ ਆਉਂਦੀ, ਮਿੱਠਾ ਬੋਲਦਾ। ਪਰ ਜਦੋਂ ਇਹ ਆਪਣੇ ਜੋ ਜ਼ਿੰਮੇਵਾਰੀ ਤੋਂ ਹਟ ਜਾਂਦੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਹੁੰਦਾ ਕੀ ਹੈ? ਅੱਖਾਂ ਦੇ ਨਾਲ ਫਿਰ ਦੇਖਿਆ ਕੀ ਜਾ ਰਿਹਾ ਹੈ? ਪਰਾਇਆ ਤਨ ਤੇ ਪਰਾਇਆ ਤਨ। ਸਤਿਗੁਰੂ ਫਿਰ ਇਹਨਾਂ ਦੇ ਰਾਹੀਂ ਹੀ ਵਿਕਾਰ ਅੰਦਰ ਆਉਂਦੇ ਨੇ। ਜਿਵੇਂ ਕਿਸੇ ਪਹਿਰੇਦਾਰ ਦੇ ਮਿਲਣ ਦੇ ਨਾਲ
ਜਦੋਂ ਕਿਸੇ ਘਰ ਨੂੰ ਲੁੱਟਿਆ ਜਾਂਦਾ ਹੈ ਤੇ ਉਹਦੇ ਵਿੱਚ ਪਹਿਰੇਦਾਰ ਅਗਰ ਜੇ ਕਿਤੇ ਮਿਲਿਆ ਹੋਵੇ ਤਾਂ ਉਹੀਓ ਨਾਲ ਹੋ ਕੇ ਲੁਟੇਰਿਆਂ ਨੂੰ ਲੈ ਕੇ ਆਉਂਦਾ ਹੈ, ਉਹੀਓ ਦੱਸਦਾ ਹੈ, ਉਹ ਭੇਤ ਦਿੰਦਾ ਹੈ। ਸਾਧੂ ਕਹਿੰਦੇ ਫਿਰ ਜਦੋਂ ਇਹੀਓ ਪਹਿਰੇਦਾਰ ਰਲ ਜਾਂਦੇ ਨੇ ਤੇ ਫਿਰ ਜੀਵਨ ਦੇ ਅੰਦਰ ਜੋ ਵਿਕਾਰ ਨੇ ਉਹ ਘਰ ਕਰ ਜਾਂਦੇ ਨੇ। ਤੇ ਭਗਤ ਜੀ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਭਾਈ ਪੰਜ ਪੈਰੂਆ ਦਰ ਮੈਂ ਰਹਤੇ ਤਿਨਕਾ ਨਹੀਂ ਪਤਿਆਰਾ, ਕਿ ਇਹ ਪੰਜ ਪਹਿਰੇਦਾਰ, ਇਹ ਗਿਆਨ ਇੰਦਰੀ ਸਰੀਰ ਰੂਪੀ ਨਿੱਕੇ ਜਿਹੇ ਘਰ ਦੇ ਦਰਵਾਜ਼ਿਆਂ ਦੇ ਉੱਤੇ ਰਹਿੰਦੇ ਨੇ ਤੇ ਇਹਨਾਂ ਦਾ ਇਤਬਾਰ ਕੋਈ ਨਹੀਂ, ਇਹਨਾਂ ਦਾ ਜੋ ਹੈ ਕੋਈ ਇਤਬਾਰ ਨਹੀਂ, ਕੋਈ ਵਿਸਾ ਨਹੀਂ। ਚੇਤ ਸੁਚੇਤ ਚਿੱਤ ਹੋਏ ਰੋ ਤੋ ਲੈ ਪ੍ਰਗਾਸ ਉਜਾਰਾ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਨੇ ਭਾਈ ਹੁਸ਼ਿਆਰ ਹੋ ਕੇ ਤੇ ਚੇਤ ਸੁਚੇਤ ਚਿੱਤ ਹੋਏ ਤੋਂ ਭਾਵ ਹੁਸ਼ਿਆਰ ਹੋ ਕੇ, ਪ੍ਰਗਾਸ ਤੋਂ ਭਾਵ ਚਾਨਣ, ਉਜਾਰਾ ਤੋਂ ਭਾਵ ਉਜਾਲਾ ਨਿਖਾਰ, ਲੈ ਉਜਾਰਾ ਨਿਖਰਾਉਣਾ। ਭਗਤ ਜੀ ਕਹਿੰਦੇ ਨੇ ਹੁਸ਼ਿਆਰ ਹੋ ਕੇ ਰੋ ਤੇ ਮਾਲਕ ਨੂੰ ਚੇਤੇ ਰੱਖ ਤਾਂ ਤੇਰੇ ਅੰਦਰ ਪ੍ਰਭੂ ਦੀ ਆਤਮਿਕ ਜੋਤ ਦਾ ਚਾਨਣ ਜੋ ਹੈ ਉਸ ਦਾ ਨਿਖਾਰ ਆਵੇਗਾ। ਸਤਿਗੁਰੂ ਕਹਿੰਦੇ ਉਸ ਪ੍ਰਮਾਤਮਾ ਦੀ ਜੋਤ ਦਾ ਚਾਨਣ ਦਾ ਨਿਖਾਰ ਤਾਂ ਹੀ ਆਵੇਗਾ ਜੇ ਕਿਤੇ ਤੂੰ ਸੁਚੇਤ ਹੋਵੇਂਗਾ, ਜੇ ਕਿਤੇ ਤੂੰ ਜਾਗਦਾ ਹੋਵੇਂਗਾ, ਜੇ ਕਿਤੇ ਤੂੰ ਬੇਪਰਵਾਹ ਹੋ ਕੇ ਸੁੱਤਾ ਹੋਇਆ ਨਹੀਂ। ਤੇ ਜਿਹੜੇ ਇਹ ਪਹਿਰੂਆ ਨੇ, ਇਹ ਜਿਹੜੇ ਪਹਿਰੇਦਾਰ ਨੇ, ਇਹਨਾਂ ਦਾ ਵਿਸਾ ਨਾ ਕਰੀ, ਕਿਉਂਕਿ ਸਤਿਗੁਰੂ ਦੀ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ में ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ ਅੱਖਾਂ ਦੇ ਅੰਦਰ, ਜਿਨ੍ਹਾਂ ਅੱਖਾਂ ਦੇ ਵਾਸਤੇ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਭਾਈ ਹਰ ਚੀਜ਼ ਦੇ ਅੰਦਰ ਪ੍ਰਮਾਤਮਾ ਦੇ ਸਵਾਲ ਖੜਾ ਹੋ ਗਿਆ, ਕਿਵੇਂ ਦਿਖੇ? ਤੇ ਅਸੀਂ ਜਿਹੜੀਆਂ ਪਹਿਲੀਆਂ ਮਿਸਾਲਾਂ ਜੋ ਅਸੀਂ ਸਰਵਣ ਕੀਤੀਆਂ ਨੇ, ਕੋਈ ਚੰਗਾ ਫੁੱਲ ਸਾਨੂੰ ਦਿਸ ਜਾਵੇ, ਇਹ ਅਕਾਲ ਪੁਰਖ ਪ੍ਰਮਾਤਮਾ ਇੰਨਾ ਸੁੰਦਰ ਫੁੱਲ, ਇਹਦੇ ਅੰਦਰ ਤੇਰੀ ਕੁਦਰਤ, ਇਹ ਕਮਾਲ ਦੇ ਇਹਦੇ ਰੰਗ, ਕਮਾਲ ਦੀ ਇਹਦੀ ਖੂਬਸੂਰਤੀ, ਨੱਕ ਦੇ ਰਾਹੀਂ ਉਹਦੀ ਸੁਗੰਧੀ ਅੰਦਰ ਜਾਵੇ। ਪ੍ਰਮਾਤਮਾ ਕਮਾਲ, ਕਮਾਲ ਦੀ ਤੇਰੀ ਰਚਨਾ, ਇਹ ਮੇਰੇ ਵਾਸਤੇ। ਮਨੁੱਖ ਗਰਮੀ ਦਾ ਸਤਾਇਆ ਹੋਵੇ, ਕਿਤੇ ਦੂਰ ਰੁੱਖ ਦਿਸ ਜਾਵੇ, ਉਹਦੀ ਛਾਂ ਵਿੱਚ ਜਾ ਕੇ ਪਹੁੰਚੇ, ਪ੍ਰਮਾਤਮਾ ਦਾ ਸ਼ੁਕਰਾਨਾ ਕਰੇ। ਮਨੁੱਖ ਗੰਦਗੀ ਦੇ ਅੰਦਰ ਕੀੜੇ ਨੂੰ ਦੇਖੇ ਤੇ ਕਹੇ ਆ ਪ੍ਰਮਾਤਮਾ ਵਾਹ, ਕਮਾਲ, ਕਮਾਲ ਤੇਰੀ ਰਚਨਾ, ਕਮਾਲ ਤੇਰੀ ਬਖਸ਼ਿਸ਼, ਮੈਨੂੰ ਇਸ ਗੰਦਗੀ ਦੇ ਵਿੱਚੋਂ ਬਾਹਰ ਕੱਢ ਕੇ ਇਹ ਪ੍ਰਮਾਤਮਾ ਮੈਨੂੰ ਤੁਸੀਂ ਇਹ ਇੰਨਾ ਸੋਹਣਾ ਜੋ ਹੈ ਜੀਵਨ ਦਿੱਤਾ ਹੈ, ਜਿਹੜਾ ਸਾਰੀਆਂ ਜੂਨਾਂ ਤੋਂ ਉੱਤਮ। ਕਿਤੇ ਮਨੁੱਖ ਪਿਆਸਾ ਹੋਵੇ, ਧਿਆਇਆ ਹੋਵੇ, ਤੇ ਜੇ ਕਿਤੇ ਠੰਡਾ ਪਾਣੀ ਲੱਭ ਜਾਵੇ, ਹੱਥ ਨੂੰ ਸਪਰਸ਼ ਹੋਵੇ, ਰਸਨਾ ਨੂੰ ਸਪਰਸ਼ ਹੋਵੇ, ਤੇ ਆਪ ਅੰਦਰੋਂ ਦੀ ਵਾਹ ਨਿਕਲੇ, ਇਹ ਅਕਾਲ ਪੁਰਖ ਪ੍ਰਮਾਤਮਾ ਵਾਹ, ਇਹ ਕਮਾਲ ਦਾ ਠੰਡਾ ਪਾਣੀ, ਇਹ ਮੇਰੇ ਵਾਸਤੇ। ਗਰਮੀ ਦਾ ਸਤਾਇਆ, ਥੋੜੀ ਜਿਹੀ ਹਵਾ ਦਾ ਝੋਂਕਾ ਆਇਆ ਤੇ ਚਮੜੀ ਨੂੰ, ਸਰੀਰ ਨੂੰ ਠੰਡੀ ਹਵਾ ਲੱਗੀ, ਤੇ ਗਿਆਨ ਇੰਦਰੀ ਜਿਹੜੇ ਪਹਿਰੇਦਾਰ ਨੇ ਨਾ, ਫਿਰ ਆਪਣੇ ਆਪ ਅੰਦਰੋਂ ਆਵਾਜ਼ ਨਿਕਲੇ, ਇਹ ਅਕਾਲ ਪੁਰਖ ਪ੍ਰਮਾਤਮਾ ਇੰਨੀ ਠੰਡੀ ਹਵਾ, ਇਸ ਹਵਾ ਦਾ ਝੋਂਕਾ ਇਹ ਮੇਰੇ ਵਾਸਤੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੁੰਦਾ ਇਹ ਨਹੀਂ। ਹੁੰਦਾ ਕੀ ਹੈ? ਅੱਖਾਂ ਦੇ ਵਿੱਚ ਜੋ ਹੈ ਪਰਾਈ ਦ੍ਰਿਸ਼ਟ ਆ ਜਾਂਦੀ, ਗਫਲਤ ਦੀ ਨੀਂਦਰ ਹੈ, ਤੇ ਕੰਨ ਜੋ ਨੇ ਉਹ ਪਰਾਈ ਨਿੰਦਾ ਸੁਣਦੇ, ਭੁੱਲ ਹੀ ਗਿਆ। ਹੁਣ ਜੇ ਕਿਤੇ ਸ਼ਬਦ ਨੂੰ ਨਾਲ ਲੈ ਕੇ ਚੱਲਦਾ ਦੁਨੀਆ ਦੇ ਅੰਦਰ, ਤੇ ਫਿਰ ਨਿਜ ਘਰ ਚੋਂ ਜਦੋਂ ਸੰਸਾਰ ਦੇ ਵੱਲ ਵਿਚਰਦਾ, ਸੰਸਾਰ ਦੇ ਵਿੱਚ ਜੋ ਸੀ ਸਾਚਾ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਬੇਅੰਤ ਪ੍ਰਮਾਣ ਨੇ ਜਿੱਥੇ ਸਤਿਗੁਰੂ ਕੰਨਾਂ ਦੀ ਜ਼ਿੰਮੇਵਾਰੀ ਸਮਝਾਉਂਦੇ ਨੇ, ਭਾਈ ਗੰਦਨ ਵੈਣ, ਗੰਦੇ ਗੀਤ ਗਾਣ ਤੋਂ ਬਚ, ਪ੍ਰਮਾਤਮਾ ਦੇ ਉਸ ਬੰਦਗੀ ਨੂੰ, ਪ੍ਰਮਾਤਮਾ ਦੇ ਸ਼ਬਦ ਨੂੰ, ਉਸ ਨੂੰ ਸੁਣਨ ਦਾ ਯਤਨ ਕਰ, ਕੀਰਤਨ ਸੁਣ, ਬਾਣੀ ਸੁਣ। ਤੇ ਸਤਿਗੁਰੂ ਪਾਤਸ਼ਾਹ ਇਹ ਤਾਂ ਨਿੰਦਿਆ ਦੇ ਵਿੱਚ ਹੀ ਖਚਤ ਹੋ ਗਿਆ, ਇਹ ਨਿੰਦਿਆ ਹੀ ਸੁਣਨਾ ਸ਼ੁਰੂ ਹੋ ਗਿਆ। ਫਿਰ ਇਸੇ ਤਰੀਕੇ ਦੇ ਨਾਲ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਗਿਆਨ ਇੰਦਰੀ ਨੂੰ ਸਮਝਾਇਆ ਜਾ ਰਿਹਾ, ਭਈ ਤੇਰਾ ਕੰਮ ਕੀ ਸੀ? ਰਸਨਾ ਜਪਤੀ ਤੂੰ ਹੀ ਤੂੰ ਹੀ, ਤੂੰ ਹਰ ਵੇਲੇ ਉਸ ਪ੍ਰਮਾਤਮਾ ਦੀ ਬੰਦਗੀ ਕਰਦੀ। ਪਰ ਮਾਰੇ ਕਹਿੰਦੇ ਜਦੋਂ ਇਸ ਪਾਸਿਓਂ ਹਟ ਗਿਆ, ਕਿਉਂਕਿ ਗੁਰੂ ਦੇ ਸ਼ਬਦ ਨੂੰ ਲੈ ਕੇ ਇਹ ਜੀਵਨ ਦੇ ਵਿੱਚ ਵਿਚਰਿਆ ਨਹੀਂ, ਤਾਂ ਇਹ ਜਿਹੜੇ ਪੰਜ ਪਹਿਰੂਏ ਸਨ, ਇਹੀਓ ਇਹਦੇ ਵਾਸਤੇ ਜੋ ਸਨ, ਇਹ ਪਾਤਸ਼ਾਹ ਕਹਿੰਦੇ ਨੇ ਭਈ ਇਹੀਓ ਉਸ ਘਰ ਨੂੰ ਨਾਲ ਹੋ ਕੇ ਤੁੜਵਾ ਰਹੇ ਨੇ। ਤੇ ਮਾਰੇ ਕਹਿੰਦੇ ਇਹਦੇ ਉੱਤੇ ਵਿਸਾ ਨਾ ਕਰੀ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ
लोभ मीठे साध मन सोया माया बिस्मार। ये मन जिहड़ा भटकाउंदा है, जिहड़ा आउंदा है, आके मुड़ के निजकर वाल नहीं जांदा, आउंदियां शब्द तो बिना आ रहा है। जे किते शब्द दे नाल रोज दे जीवन नूं लैके चले तो मुड़ के निजकर वाल पासे जावे ते बस ये उत्थे ही माया दे विच खचत है। ते मारे कहंदे भाई मन सोया माया बिस्मार, इस ग्रह में कोई जीवित सो, इस ग्रह में कोई जागत रहा है। जेकदे इस घर दे अंदर, इस निक्की जी कोठड़ी दे अंदर कोई एक भी जागदा हुंदा, साबित वस्त वो अपनी लह, तो फिर वो जो अनूप वस्त सी ਉਹਦੇ ਨਾਲ जुड़िया रहिंदा, अपने जीवन मनोरथ ਨੂੰ प्राप्त करदा। ते मारे कहंदे सगल सहेली अपने रस माती, ये जिन्ने ज्ञान इंद्रे ने ये अपने अपने रसां दे अंदर मस्त ने। ते फिर मारे कहंदे हो की रिहा, ग्रह अपने की खबर ना जाती, वो जिहड़ा निज घर है ਉਹਦੀ खबर नहीं, फिर धर्म वाले पासे चलिया नहीं। ते मारे कहंदे मुसनहार पंच बटवारे, ते फिर ये जिहड़े पंज डाकू ने ना, ये विकार काम क्रोध लोभ मोह हंकार, ये हर वेले ताड़ना करके, हर वेले ताड़ के बैठे ने। समा लगे असी अंदर वड़ जाइए, असी एकदम इस घर नूं लुट लईए, ते सतगुर कहंदे फिर जीवन विकारी हो जाता। मुसनहार पंच बटवारे सोने नगर परे ठगारे, जे किते घर ही खाली होवे, दरवाजे भी खुले होण, अंदर शब्द नहीं, अंदर गुरु की बाणी का पहरा नहीं, ते फिर ये जिहड़े पहरेदार लाए सन, जे किते ये भी रल गए ने, इन्हां ने भी अपनी जिम्मेवारी छड्ड दित्ती। ते मारे कहंदे फिर आसानी दे नाल वो सारे दे सारे विकार घर दे उत्ते कब्जा करदे। घर खाली होवे, दरवाजे खुले होण, पहरेदार ठगां दे नाल रल जाण, ते घर नूं लुटदियां कोई दुनिया की ताकत नहीं बचा सकदी। ते मारे कहंदे मुसनहार पंच बटवारे सोने नगर परे ठगारे, उनते राखै बाप ना माई, उनते राखै मीत ना पाई। मारे कहंदे कोई रस्ते दे विच बंदा होवे ना, लुटिया जाण लगा होवे, ओदी चोरी होवे, कोई रिश्तेदार नाल होवे ते बचा सकदा है, ओदी रखवाली कर सकदा है, लेकिन इन्हां दे कोलों कोई नहीं बचा सकदा। उनते राखै बाप ना माई, उनते राखै मीत ना पाई, दरब सियानप ना होए रहते। सतगुर कहंदे भई किसे अपने सरमाए दे नाल, अमीरी दे जोर नाल, असीं कई वार देखदे हां ਵੱਡੇ ਵੱਡੇ ਅਮੀਰਾਂ ਨੇ ਗਾਰਡ ਰੱਖੇ ਹੁੰਦੇ ਨੇ, ਘਰਾਂ ਦੇ ਵਿੱਚ ਪਹਿਰੇਦਾਰ ਰੱਖੇ ਹੁੰਦੇ ਨੇ, ਆਪਣੇ ਬਾਡੀਗਾਰਡ ਰੱਖੇ ਹੁੰਦੇ ਨੇ। ਭਾਈ ਕਿਉਂ? ਕਿ ਸਾਡੇ ਘਰ ਨੂੰ ਕੋਈ ਲੁੱਟ ਨਾ ਲਵੇ, ਤੇ ਸਰੀਰ ਰੂਪੀ ਘਰ ਨੂੰ ਕੋਈ ਨੁਕਸਾਨ ਨਾ ਕਰਾ ਜਾਵੇ, ਜਾਂ ਆਪਣਾ ਘਰ ਜਿੱਥੇ ਅਸੀਂ ਆਪਣੀ ਕਮਾਈ ਰੱਖੀ ਹੋਈ ਹੈ, ਸਾਡੇ ਜਿੱਥੇ ਬਿਜ਼ਨਸ ਨੇ, ਉਹਨਾਂ ਨੂੰ ਕੋਈ ਲੁੱਟ ਨਾ ਲਵੇ। ਤੇ ਮਾਰੇ ਕਹਿੰਦੇ ਨੇ ਭਾਈ ਜਾਂ ਆਪਣੀ ਸਿਆਣਪ ਵਰਤਦੇ ਨੇ ਉਹਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ, ਸੰਭਾਲਣ ਵਾਸਤੇ। ਪਰ ਮਾਰੇ ਕਹਿੰਦੇ ਇੱਥੇ ਕੋਈ ਚਾਰਾ ਨਹੀਂ। ਹੁਣ ਤੇ ਰਾਖੈ ਬਾਪ ਨਾ ਮਾਈ, ਹੁਣ ਤੇ ਰਾਖੈ ਮੀਤ ਨਾ ਭਾਈ, दरब सियानप ना होए रहते, साध बचा नहीं सकदा। ते मारे कहंदे ने भाई उन्हां तो अपने आप नूं रोक नहीं सकदा उन्हां नूं कि भाई वो लुट्टण ना। ते मारे कहंदे ने भाई साध संग ओ दुष्ट वस होते, वो केवल ते केवल सतसंगत विच जदों मनुख जुड़ के प्रभु परमात्मा दे गुण गाउंदा है, गुरु की बाणी नूं सुनदा पढ़दा गाउंदा है, ਉਹਦੇ ਅਨੁਸਾਰ ਜੀਵਨ ਨੂੰ ਬਤੀਤ ਕਰਦਾ ਹੈ, ਤੇ ਉਹਨਾਂ ਚੰਗੇ ਗੁਰਮੁਖਾਂ ਦੀ ਸੰਗਤ ਦੇ ਰਾਹੀਂ ਇਹ ਜਿਹੜੇ ਦੁਸ਼ਟ ਨੇ, ਇਹ ਜਿਹੜੇ ਵਿਕਾਰ ਨੇ, ਇਹ ਵਸ ਵਿੱਚ ਆਉਂਦੇ ਨੇ, ਤੇ ਮਾਰੇ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ ਭਾਈ ਇਹ ਜਿਹੜਾ ਮਨ ਹੈ ਇਹ ਹਵਾ ਵਰਗਾ ਹੈ, ਚੰਚਲ ਮਨ ਹੈ, ਇਹ ਕਾਬੂ ਵਿੱਚ ਨਹੀਂ ਆਂਦਾ। ਤੇ ਇਹਨੂੰ ਕਾਬੂ ਵਿੱਚ ਕਰਨ ਦੇ ਵਾਸਤੇ ਕੇਵਲ ਤੇ ਕੇਵਲ ਕਰਨਾ ਕੀ ਹੈ? ਗੁਰੂ ਨਾਲ ਜੁੜਨਾ ਹੈ। ਤੇ ਗੁਰੂ ਫਿਰ ਕਰਦਾ ਕੀ ਹੈ? ਸੰਤੋ ਮਨ ਪਵਨੈ ਸੁਖ ਬਣਿਆ, किछ जोग प्राप्त गनिया, गुर दिखलाई मोरी। सतगुरु कहते हैं भाई बाणी के अंदर भगत जी बख्शिश करते हैं भाई कि गुरु ने वो कमजोरी वो राह दस दिता भाई जिथों अंदर वड़दे। गुर दिखलाई मोरी जित मिर्ग पड़त है चोरी, जिथे कामादक पशु जिस रस्ते तो अंदर आउंदे ने ना, ये केवल गुरु दसदा है, रोक का तरीका भी दसदा है। ते पाचे कहते भाई मूंद लिए दरवाजे बाजीले अनहद बाजे। ਤੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਭਈ ਗਿਆਨ ਇੰਦਰੇ ਇਹ ਪਰਾਇਆ ਤਨ ਪਰਾਈ ਨਿੰਦਾ ਇਹਦੇ ਪਾਸੋਂ ਰੁਕ ਜਾਂਦੇ। ਇਹ ਜਦੋਂ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈਂਦਾ ਨਾ, ਮੋਂਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ। ਮਾਰੇ ਕਹਿੰਦੇ ਜਿਹੜੇ ਵਿਕਾਰਾਂ ਦੇ ਨਾਲ ਇਹ ਸਰੀਰ ਰੂਪੀ ਭਾਂਡਾ ਭਰਿਆ ਹੋਇਆ ਸੀ ਨਾ ਘੜਾ, ਤੇ ਪਾਤਸ਼ਾਹ ਕਹਿੰਦੇ ਨੇ ਭਾਈ ਫਿਰ ਕੀ ਹੋ ਜਾਂਦਾ ਹੈ? ਜਲ ਮੇਟਿਆ ਉਬਾ ਕਰਿਆ। ਤੇ ਮਾਰੇ ਕਹਿੰਦੇ ਭਾਈ ਫਿਰ ਇਸ ਹਿਰਦੇ ਦੇ ਵਿੱਚੋਂ ਉਹ ਜੋ ਪਾਪ ਵਿਕਾਰ ਨੇ ਆਪਣੇ ਆਪ ਦੂਰ ਹੋ ਜਾਂਦੇ ਨੇ। ਤੇ ਮਾਰੇ ਬਖਸ਼ਿਸ਼ ਕਰਦੇ ਨੇ ਨੌ ਦਰਵਾਜੇ ਸਾਧ ਸਦਾਇਆ, ਜਿਸ ਨੇ ਆਪਣੇ ਇਹਨਾਂ 9 ਦਰਵਾਜ਼ਿਆਂ ਦੇ ਉੱਤੇ ਕਾਬੂ ਕੀਤਾ,
ਉਹੀਓ ਜੋ ਹੈ ਸੱਚ ਕਰਕੇ ਸੰਸਾਰ ਦੇ ਅੰਦਰ ਧਰਮੀ ਹੈ। ਜਲ ਤਰੰਗ ਮੈਂ ਭੇਦ ਕਿਛ ਨਾਈ, ਜੀਵ ਬ੍ਰਹਮ ਪਰਮਾਤਮ ਲਈ ਹੈ, ਜੀਵ ਬ੍ਰਹਮ ਪਰਮਾਤਮ ਲਈ ਹੈ। ਤੇ ਜਦੋਂ ਇਹ ਗਿਆਨ ਹੋ ਜਾਵੇ ਕਿ ਉਸ ਪਰਮਾਤਮਾ ਦੀ ਬੰਦਗੀ ਜੋ ਹੈ ਉਹੀਓ ਸਾਡੇ ਜੀਵਨ ਦਾ ਮਨੋਰਥ ਹੈ, ਤੇ ਉਹ ਆਪਣੇ ਇਹਨਾਂ ਵਿਕਾਰਾਂ ਨੂੰ ਕਾਬੂ 'ਚ ਕਰ ਲੈਂਦਾ ਹੈ। ਉਹਨੂੰ ਪਤਾ ਹੈ ਕਿ ਇਸ ਸਰੀਰ ਰੂਪੀ ਕੋਠੜੀ ਦੇ ਅੰਦਰ ਪਰਮਾਤਮਾ ਦੀ ਜੋਤ ਜੋ ਹੈ ਉਹ ਅਨੂਪ ਜੋਤ ਵਸ ਰਹੀ ਹੈ, ਤੇ ਫਿਰ ਉਹਦੇ ਨਾਲ ਲੱਗ ਕੇ ਇਹ ਜੀਵਨ ਨੂੰ ਜੋ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਉਸ ਆਤਮਾ ਦੇ ਨਾਲ ਜਦੋਂ ਆਤਮਾ ਦਾ ਗਿਆਨ ਹੋ ਜਾਵੇ, ਇਹ ਵਿਕਾਰਾਂ ਤੋਂ ਰਹਿਤ ਹੋ ਜਾਂਦਾ, ਸਰੀਰ ਨਾਲੋਂ ਹਟ ਜਾਂਦਾ ਹੈ, ਤੇ ਫਿਰ ਉਸ ਪਰਮਾਤਮਾ ਦੀ ਬੰਦਗੀ ਕਰਕੇ ਜੀਵਨ ਨੂੰ ਸਫਲ ਕਰਦਾ ਹੈ। ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਸਨ ਭਗਤ ਜੀ, ਪੰਜ ਪੈਰੂਆ ਦਰ ਮੇ ਰਹਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰੋ ਤੋ ਲੈ ਪ੍ਰਗਾਸ ਉਜਾਰਾ। ਹੁਸ਼ਿਆਰ ਹੋ ਕੇ ਰੋ ਤੇ ਮਾਲਕ ਨੂੰ ਚੇਤੇ ਰੱਖ, ਤਾਂ ਤੇਰੇ ਅੰਦਰ ਪ੍ਰਭੂ ਦੀ ਆਤਮਿਕ ਜੋਤ ਦਾ ਚਾਨਣ ਨਿਖਾਰ ਆਵੇਗਾ। ਤੇ ਫਿਰ ਭਗਤ ਜੀ ਬਖਸ਼ਿਸ਼ ਕਰਦੇ ਨੇ, ਨੋ ਕਰ ਦੇਖ ਜੋ ਕਾਮਨ ਭੁੱਲੀ, ਬਸਤ ਅਨੂਪ ਨਾ ਪਾਈ। ਭਗਤ ਜੀ ਕਹਿੰਦੇ ਭਈ ਜਿਹੜੀ ਜੀਵ ਰੂਪੀ ਇਸਤਰੀ, 9 ਘਰ ਤੋਂ ਭਾਵ 9 ਗੋਲਕਾਂ, ਕਹਿੰਦੇ ਨੇ ਭਈ ਇਹ ਜਿਹੜੀਆਂ 9 ਗੋਲਕਾਂ ਨੇ, 2 ਅੱਖਾਂ 2 ਕੰਨ, ਫਿਰ ਮੂੰਹ, ਗੁਦਾ, ਇੰਦਰੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਈ ਇਹ ਜੋ 2 ਨੱਕ ਦਾ ਜਿਹੜੇ ਰਸਤਾ ਹੈ ਨੱਕ ਰਾਹੀਂ, ਸਤਿਗੁਰੂ ਇਹ ਜਿਹੜੇ 9 ਦਰਵਾਜ਼ੇ ਨੇ ਨਾ, 9 ਗੋਲਕਾਂ ਨੇ, ਇਹਨਾਂ ਨੂੰ ਦੇਖ ਕੇ ਜਿਹੜੀ ਵੀ ਜੀਵ ਰੂਪੀ ਇਸਤਰੀ ਭੁੱਲ ਜਾਂਦੀ ਹੈ, ਉਹ ਕਦੇ ਵੀ ਉਸ ਉੱਤਮ ਵਸਤੂ ਜੋ ਸਾਡੇ ਇਸ ਕੋਠੜੀ ਦੇ ਅੰਦਰ ਹੈ ਆਤਮਾ, ਉਸ ਨੂੰ ਭਾਵ ਨਿਜ ਘਰ ਵਾਲੇ ਪਾਸੇ ਨਹੀਂ ਚੱਲ ਸਕਦੀ। ਜਿਹੜੀ ਜੀਵ ਇਸਤਰੀ ਸਰੀਰ ਦੇ 9 ਘਰਾਂ 9 ਗੋਲਕਾਂ ਨੂੰ ਦੇਖ ਕੇ ਆਪਣੇ ਅਸਲ ਜੋ ਮਨੋਰਥ ਵੱਲੋਂ ਖੁੱਝ ਜਾਂਦੀ ਹੈ, ਉਸ ਨੂੰ ਜੋਤ ਰੂਪੀ ਅਚਰਜ ਸ਼ੈ ਜਿਹੜੀ ਹੈ ਅੰਦਰੋਂ ਨਹੀਂ ਲੱਭਦੀ। ਉਸ ਦਾ ਧਿਆਨ ਅੰਦਰ ਵਸਦੀ ਆਤਮਿਕ ਜੋਤ ਵਾਲੇ ਪਾਸੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਬਾਣੀ ਬਖਸ਼ਿਸ਼ ਕਰਦੀ ਹੈ, ਜਾ ਹੀ ਨਹੀਂ ਸਕਦਾ। ਭਗਤ ਜੀ ਕਹਿੰਦੇ ਨੇ ਉਹ ਫਿਰ ਠਗੀ ਹੋਈ ਹੈ, ਉਸ ਨੂੰ ਠਗੀ ਜਾਣ ਤੋਂ ਕੋਈ ਬਚਾ ਨਹੀਂ ਸਕਦਾ। ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਉਹਨਾਂ ਵਿਕਾਰਾਂ ਵਾਲੇ ਜੀਵਨ ਤੋਂ ਜੋ ਹੈ ਉਹ ਬਚ ਨਹੀਂ ਸਕਦੀ, ਕੋਈ ਵੀ ਦੁਨੀਆ ਦੀ ਤਾਕਤ ਬਚਾ ਨਹੀਂ ਸਕਦੀ। ਕਹਿਤ ਕਬੀਰ ਨਵੇਂ ਕਰਮ ਉਸੇ, 10ਵੇਂ ਤਤ ਸਮਾਈ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ, ਨਵੇਂ ਕਰਮ ਉਸੇ ਤੋਂ ਭਾਵ 9 ਗੋਲਕਾਂ ਠਗੀਆਂ ਜਾਂਦੀਆਂ ਹਨ। ਇਹ ਜਿਹੜੇ 9 ਦਰਵਾਜ਼ੇ ਨੇ ਨਾ, ਇਹ ਠਗੇ ਜਾਂਦੇ ਹਨ। ਜਿਹੜੇ ਇਹਨਾਂ ਦੇ ਨਾਲ ਹੀ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ, ਉਹ ਫਿਰ ਅੰਦਰ ਵਸਦੀ ਉਸ ਅਨੂਪ ਜੋਤ ਨੂੰ, ਉਸ ਜੋ ਪਦਾਰਥ ਹੈ, ਜੋ ਆਤਮਾ ਹੈ ਪਰਮਾਤਮਾ ਦੀ ਅੰਸ਼, ਉਹਦੇ ਨਾਲ ਜੁੜ ਨਹੀਂ ਸਕਦੇ, ਨਿਜ ਘਰ ਵਿੱਚ ਪਹੁੰਚ ਨਹੀਂ ਸਕਦੇ, ਪਰਮਾਤਮਾ ਦੇ ਨਾਲ ਨੇੜਤਾ ਬਣ ਨਹੀਂ ਸਕਦੀ। ਤਤ ਸਮਾਈ ਤੋਂ ਭਾਵ ਹੈ ਕਿ ਭਾਈ ਅਸਲੀਅਤ ਪਰਮਾਤਮਾ ਦੀ ਜੋਤ, ਤੇ 10ਵੇਂ ਤੋਂ ਭਾਵ ਹੈ ਦਿਮਾਗ ਦੇ ਵਿੱਚ। ਇੱਥੇ ਜੋਗੀਆਂ ਦਾ ਉਹ ਜੋ 10ਵਾਂ ਦੁਆਰਾ ਉਹਦੀ ਗੱਲ ਨਹੀਂ। ਸਤਿਗੁਰੂ ਕਹਿੰਦੇ ਫਿਰ ਇਹਨਾਂ ਦੀ ਸੁਰਤੀ ਦੇ ਅੰਦਰ ਜੋ ਹੈ ਰੱਬੀ ਗਿਆਨ ਆ ਜਾਂਦਾ, ਇਹਨਾਂ ਦੇ ਦਿਮਾਗ ਦੇ ਅੰਦਰ ਰੱਬੀ ਗਿਆਨ ਆ ਜਾਂਦਾ, ਖੁੱਲ ਜਾਂਦੇ ਦਿਮਾਗ, ਉਹਨਾਂ ਨੂੰ ਪੂਰਨ ਗਿਆਨ ਹੋ ਜਾਂਦਾ ਹੈ, ਤੇ ਹਰ ਵੇਲੇ ਸੁਰਤੀ ਦੇ ਅੰਦਰ ਜੀਵਨ ਦਾ ਮਨੋਰਥ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਜੋ ਹੈ ਉਹ ਬਣੀ ਰਹਿੰਦੀ ਹੈ। ਹਰ ਵੇਲੇ ਉਹ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚਲਦਿਆਂ ਫਿਰਦਿਆਂ ਕੇਵਲ ਸਰੀਰ ਨਾਲ ਨਹੀਂ ਜੁੜੇ ਹੋਏ, ਉਹ ਜੋ ਵਸਤ ਅਨੂਪ ਹੈ ਉਹਦੇ ਨਾਲ ਜੁੜੇ ਨੇ, ਆਪਣੇ ਜੀਵਨ ਦੇ ਮਨੋਰਥ ਨੂੰ ਪਾਉਣ ਦਾ ਯਤਨ ਕਰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਦੀ ਉਸ ਪਰਮ ਜੋਤ ਦੇ ਵਿੱਚ ਇਹ ਆਤਮਿਕ ਜੋਤ ਜੋ ਹੈ ਉਹ ਇਕਮਿਕ ਹੋ ਜਾਵੇ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ, ਕਹਿਤ ਕਬੀਰ ਨਵੇਂ ਕਰਮ ਉਸੇ, 10ਵੇਂ ਤਤ ਸਮਾਈ। ਨਵੇਂ ਕਰਮ ਉਸੇ 9 ਗੋਲਕਾਂ ਉਹ ਠਗੀਆਂ ਜਾਂਦੀਆਂ ਨੇ, ਤੇ ਫਿਰ ਉਸ 10ਵੇਂ ਦਿਮਾਗ ਦੇ ਵਿੱਚ ਅਸਲੀਅਤ ਜੋ ਹੈ ਪਰਮਾਤਮਾ ਦੀ ਜੋਤ ਜੋ ਹੈ ਉਹਦਾ ਗਿਆਨ ਹੋ ਜਾਂਦਾ ਹੈ। ਕਬੀਰ ਆਖਦੇ ਨੇ ਜਦੋਂ ਇਹ 9 ਹੀ ਘਰ ਵਸ ਵਿੱਚ ਆ ਜਾਂਦੇ ਹਨ ਤਾਂ ਪ੍ਰਭੂ ਦੀ ਜੋਤ 10ਵੇਂ ਘਰ ਵਿੱਚ ਟਿਕ ਜਾਂਦੀ ਹੈ, ਭਾਵ ਅੰਦਰ ਵਸਤੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰਾਉਂਦੀ ਹੈ, ਚੇਤੇ ਰਹਿੰਦੀ ਹੈ। ਤਦੋਂ ਸੁਰਤ ਪ੍ਰਭੂ ਦੀ ਯਾਦ ਦੇ ਵਿੱਚ ਟਿਕਦੀ ਹੈ, ਅਤੇ ਜੀਵਨ ਜੋ ਹੈ ਇਹੋ ਜਿਹੇ ਗੁਰਮੁਖਾਂ ਦਾ, ਇਹੋ ਜਿਹੇ ਧਰਮੀ ਪੁਰਸ਼ਾਂ ਦਾ ਹਰ ਵੇਲੇ ਉਸ ਪਰਮਾਤਮਾ ਦੇ ਨਾਲ ਜੁੜਿਆ, ਹਰ ਵੇਲੇ ਪਰਮਾਤਮਾ ਦੇ ਨਾਲ ਜੁੜ ਕੇ ਹਰ ਵੇਲੇ ਸੁਰਤੀ ਦੇ ਅੰਦਰ ਪਰਮਾਤਮਾ ਟਿਕਿਆ ਹੈ। ਉਹਨਾਂ ਨੂੰ ਕਿਸੇ ਹੋਰ ਫਿਰ ਚੱਕਰਾਂ ਦੀ ਲੋੜ ਨਹੀਂ ਕਿ ਕਿਸੇ ਪਾਸੇ ਸਵਾਸਾਂ ਨੂੰ ਚੜਾਇਆ ਜਾਵੇਗਾ, ਚੱਕਰਾਂ ਚੋਂ ਲੰਘਾ ਕੇ ਫਿਰ ਜਾ ਕੇ 10ਮ ਦੁਆਰ ਵਿੱਚ ਪੁੱਜੇਗਾ, ਫਿਰ ਸੁਰਤੀ ਟਿਕੇਗੀ, ਫਿਰ ਜੋਗ ਬਣੇਗਾ। ਉਹ ਫਿਰ ਉੱਠਦਿਆਂ ਬਹਿੰਦਿਆਂ ਚਲਦਿਆਂ ਫਿਰਦਿਆਂ
ਹਰ ਵੇਲੇ ਉਸ ਪਰਮਾਤਮਾ ਦੇ ਵਿੱਚ ਉਸ ਜੋਤ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਸਾਂਝ ਬਣਾ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਨੇ। ਸੋ ਇਸ ਸ਼ਬਦ ਦੇ ਵਿਚਾਰ ਬੋਲਦਿਆਂ ਜ਼ਰੂਰ ਵੱਧ ਘੱਟ ਲਫਜ਼ ਨਿਕਲੇ ਹੋਣਗੇ। ਗੁਰੂ ਕੀ ਬਾਣੀ ਅਥਾਹ ਸਮੁੰਦਰ ਹੈ, ਸਾਧ ਸੰਗਤ ਬਖਸ਼ਣ ਯੋਗ ਹੈ। ਆਸ ਹੈ ਖਿਮਾ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।